ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਤੈਂਡੀ ਬੰਦਸ ਮੈਂ ਕੋਇ ਨਾ ਡਿਠਾ, ਤੂੰ ਨਾਨਕ ਮਨ ਭਾਣਾ। ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮੇਲ ਕੰਤ ਪਛਾਣਾ। ਤੈਂਡੀ ਬੰਦਸ ਮੈਂ ਕੋਇ ਨਾ ਡਿਠਾ, ਤੂੰ ਨਾਨਕ ਮਨ ਭਾਣਾ। ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰ ਰਹੇ ਹੋ। ਚੱਲ ਰਹੇ ਅਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਹੋਏ ਔਰ ਪੰਜ ਬਾਣੀਆਂ ਦਾ ਨਿਤਨੇਮ ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰ ਜਸ ਚੱਲ ਰਹੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਆਪ ਸਰਵਣ ਕਰਦੇ ਆ ਰਹੇ। 964 ਢੰਗ ਤੇ ਕਥਾ ਜਾਰੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ 10 ਜਾਮੇ ਧਾਰ ਕੇ ਜੀਵਾਂ ਦੀ ਕਲਿਆਣ ਵਾਸਤੇ ਅਨੇਕਾਂ ਜਗ੍ਹਾ ਤੇ ਮਹਾਰਾਜ ਆਪ ਵਿਚਰੇ। ਬੇਅੰਤ ਪ੍ਰਕਾਰ ਦੇ ਜਿਗਿਆਸੂ ਮਹਾਰਾਜ ਨੂੰ ਮਿਲੇ। ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਸਾਰਿਆਂ ਤੇ ਰਹਿਮਤਾਂ ਕੀਤੀਆਂ ਔਰ ਆਪਣੇ ਸਰਵਣ ਸਰੂਪ ਦੇ ਸਮੇਂ ਆਪ ਜੀ ਨੇ ਬਹੁਤ ਸਾਰੇ ਗੁਰਸਿੱਖ ਮਹਾਂਪੁਰਖ ਜਿਨ੍ਹਾਂ ਤੇ ਰਵਾਨੀਆਂ ਦੀਆਂ ਬਖਸ਼ਾਂ ਕੀਤੀਆਂ ਦੇਸ਼ ਦੇ ਸੰਤਰਾਂ ਵਿੱਚ ਭੇਜ ਕੇ ਉਹਨਾਂ ਦੀਆਂ ਵੀ ਸੇਵਾ ਲਾਈਆਂ। ਉਹ ਵੀ ਜਗ੍ਹਾ ਜਗ੍ਹਾ ਪਹੁੰਚ ਕੇ ਸੰਗਤਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅਕਾਲੀ ਬਾਣੀ ਦਾ ਉਪਦੇਸ਼ ਸੀ ਉਹ ਕਰਦੇ ਰਹੇ। ਆਪ ਦ੍ਰਿੜ ਹੋ ਕੇ ਵਿਸ਼ਵਾਸ ਸਹਿਤ ਸੰਗਤਾਂ ਦੇ ਅੰਦਰ ਵੀ ਪੱਕਾ ਭਰੋਸਾ ਪੈਦਾ ਕਰਕੇ ਗੁਰਮਤਿ ਦੀ ਦਾਤ ਦਿੰਦਿਆਂ ਹਨ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਦੇ ਰਹੇ। ਸੋ ਗੁਰੂ ਮਹਾਰਾਜ ਜੀ ਨੇ ਬਹੁਤ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਔਰ ਅੱਜ ਵੀ ਉਹਨਾਂ ਦੀ ਬਖਸ਼ਿਸ਼ ਬਾਣੀ ਦੁਆਰਾ ਜਾਰੀ ਹੈ। ਕਿਉਂਕਿ ਸਰੀਰ ਆਉਂਦੇ ਜਾਂਦੇ ਰਹਿੰਦੇ ਹਨ। ਜਿਹੜਾ ਬਾਣੀ ਦਾ ਉਪਦੇਸ਼ ਹੈ ਉਹ ਸਦਾ ਰਹਿਣ ਵਾਲਾ ਹੈ। ਇਸ ਕਰਕੇ ਮਹਾਰਾਜ ਨੇ ਸ਼ਬਦ ਨੂੰ ਬਾਣੀ ਨੂੰ ਬਹੁਤ ਵੱਡੀ ਪ੍ਰਧਾਨਤਾ ਬਖਸ਼ਿਸ਼ ਕੀਤੀ ਹੈ। ਇਹ ਠੀਕ ਹੈ ਕਿ ਸ਼ਬਦ ਨੂੰ ਸੰਸਾਰ 'ਤੇ ਪ੍ਰਗਟ ਕਰਨ ਵਾਸਤੇ ਗੁਰੂ ਸਾਹਿਬ ਨੇ 10 ਜਾਮੇ ਧਾਰੇ ਔਰ ਸ਼ਬਦ ਦੀ ਵਿਚਾਰ ਗੁਰਸਿੱਖਾਂ ਨੂੰ ਬਖਸ਼ੀ। ਉਹਨਾਂ ਗੁਰਸਿੱਖਾਂ ਨੂੰ ਵੀ ਰੂਹਾਨੀਅਤ ਪਰਮਾਰਥ ਦੇ ਭੇਦ
ਸਮਝਾਏ ਔਰ ਪ੍ਰਗਟ ਕਰਕੇ ਦਿਖਾਏ। ਤੇ ਉਹਨਾਂ ਗੁਰਸਿੱਖਾਂ ਨੇ ਵੀ ਜੋ ਸਤਿਗੁਰੂ ਜੀ ਦਾ ਉਪਦੇਸ਼ ਸਮੇਂ ਸਮੇਂ ਦੇ ਨਾਲ ਦ੍ਰਿੜ ਪੱਕਾ ਕਰਾਉਂਦੇ ਰਹੇ। ਅੱਜ ਵੀ ਉਹਨਾਂ ਦੀ ਕਿਰਪਾ ਵਰਤਦੀ ਰਹਿੰਦੀ ਹੈ। ਜਿਸ ਤੋਂ ਵੀ ਸੇਵਾ ਲੈਣੀ ਹੈ ਮਹਾਰਾਜ ਜੀ ਉੱਤੇ ਆਪਣੀ ਮਿਹਰ ਕਰ ਲੈਂਦੇ ਹਨ। ਆਓ ਪਿਆਰ ਦੇ ਨਾਲ ਅੰਮ੍ਰਿਤ ਰੂਪੀ ਪਾਵਨ ਗੁਰਬਾਣੀ ਦੇ ਵਿਚਾਰ ਸ਼ਰਵਣ ਕਰਨ ਵਾਸਤੇ ਮਨ ਬਿਰਤੀ ਦੀ ਇਕਾਗਰਤਾ ਲਈ, ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਵੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਸਤਿਗੁਰ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੋਏ ਸੰਗਤਾਂ ਨੂੰ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕਰਦੇ। ਸਦੀਆਂ ਬੀਤ ਗਈਆਂ ਪਰ ਉਹ ਗੁਰੂ ਮਹਾਰਾਜ ਦੀ ਬਾਣੀ ਦਾ ਉਪਦੇਸ਼ ਉਸੇ ਤਰ੍ਹਾਂ ਨਵੀਨ ਹੈ। ਇਹਦੇ 'ਚ ਉਸੇ ਤਰ੍ਹਾਂ ਤਾਜ਼ਗੀ ਹੈ। ਇਹਦੇ 'ਚ ਕੋਈ ਫਿੱਕ ਨਹੀਂ ਆਉਂਦਾ, ਨਿਊਨਤਾ ਨਹੀਂ ਆਉਂਦੀ, ਕਿਉਂਕਿ ਬਾਣੀ ਇੱਕ ਰਸ ਅੰਮ੍ਰਿਤ ਦੇ ਨਾਲ ਭਰਪੂਰ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਦੇ ਪਾਵਨ ਉਪਦੇਸ਼ ਸਰਵਣ ਕਰਨ ਦਾ ਸਾਰੀਆਂ ਸੰਗਤਾਂ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਤੈਂਡੀ ਬੰਦਸ ਮੈਂ ਕੋਏ ਨਾ ਡਿਠਾ। ਇਹ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਉੱਤੇ ਵਿਸ਼ਵਾਸ ਪ੍ਰਗਟ ਕਰਦੇ ਹੋਏ ਕਿਰਪਾਲਤਾ ਕਰਦੇ ਹਨ। ਤੈਂਡੀ ਬੰਦਸ ਆਪ ਜੀ ਦੇ ਬੰਦਸ਼ ਮੈਨੇ ਸਦਾਰਿਸ਼ ਸਮਾਨ ਅਸੀਂ ਹੋਰ ਕੋਈ ਨਹੀਂ ਦੇਖਿਆ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਹੁਕਮਾਂ ਦੀਜੇ। ਆਪ ਜੀ ਵਰਗੇ ਆਪ ਹੀ, ਆਪ ਜੀ ਦੇ ਸਦਾਰਿਸ਼ ਸਮਾਨ ਹੋਰ ਕੋਈ ਨਹੀਂ। ਤੁਹਾਡੇ ਸਮਾਨ ਤਾਂ ਕੋਈ ਹੋ ਸਕਦਾ ਜਿਹਨੂੰ ਤੁਸੀਂ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹੋ, ਉਹ ਤੁਹਾਡਾ ਰੂਪ ਹੋ ਸਕਦਾ ਹੈ। ਪਰ ਆਪ ਜੀ ਦਾ ਸਥਾਨ ਬੜਾ ਮਹਾਨ ਸਰਵੋਤਮ ਹੈ। ਆਤਮਾ ਜੀ ਨੂੰ ਤੇਰੀ ਸ਼ਰਨ ਗ੍ਰਹਿਣ ਕਰ ਲਈ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਬੰਦਿਸ਼ ਰੁਕਾਵਟ ਨਹੀਂ ਪੈਂਦੀ। ਉਹ ਜਿਹੜਾ ਕਾਰਜ ਵੀ ਕਰਨਾ ਚਾਹੇ ਆਪ ਜੀ ਕਿਰਪਾ ਕਰਕੇ ਉਹਨੂੰ ਸਫਲਤਾ ਬਖਸ਼ਿਸ਼ ਕਰ ਦਿੰਦੇ ਹੋ। ਤੂੰ ਨਾਨਕ ਮਨ ਭਾਣਾ। ਇਹ ਗੁਰੂ ਸਾਹਿਬ ਜੀ ਆਪ ਜੀ ਸਾਡੇ ਮਨ ਨੂੰ ਭਾਣਾ ਪਾ ਗਏ। ਬਹੁਤ ਭਟਕੇ ਹੈ, ਜਿਵੇਂ ਭੱਟਾਂ ਨੇ ਕਿਹਾ ਨਾ, ਰਹਿਓ ਸੰਤੋਂ ਢੋਲ ਸਾਧ ਵਕਤ ਤੇਰੇ ਡਿਠੇ। ਸੰਨਿਆਸੀ ਤਪਸੀਆ ਮੁਖੋਂ ਹੋਏ ਪੰਡਿਤ ਮਿੱਠੇ। ਇੱਕ ਵਾਰ ਸੋ ਫਿਰਿਓ ਕਿਨੇ ਨੂੰ ਪਰਚਾ ਲਾਇਓ। ਕਿਆ ਕਿਆ ਕਹਤੇ ਸੁਨੇ ਰਹਿ ਤੋ ਖੁਸ਼ੀ ਨਾ ਆਇਓ। ਹਰ ਨਾਮ ਛੋੜ ਦੂਜੇ ਲਗੇ ਤਿਨ ਕੇ ਗੁਣ ਕਿਆ ਪਾਵੋ। ਗੁਰਦਈ ਮਲਾਏ ਭੁਖਿਆ ਜੀਵ ਤੂੰ ਰੱਖਿਆ ਤਿਵ ਰਹਾ। ਇਸ ਤਰ੍ਹਾਂ ਮਹਾਰਾਜ ਚਾਰ ਸਵੇਰੇ ਪਟਕ ਪਟਕ ਕੇ ਥੱਕ ਗਏ। ਜਿਵੇਂ ਕੋਈ ਬੰਦਾ ਰੱਬ ਨਾ ਕਰੇ ਬਿਮਾਰੀ ਦੀਰਘ ਰੋਗ ਲੱਗ ਜਾਏ ਨਾ, ਉਹ ਜਗ੍ਹਾ ਫਿਰ ਹਕੀਮਾਂ ਵੈਦਾਂ ਡਾਕਟਰਾਂ ਕੋਲ ਜਾਂਦਾ ਹੈ। ਫਿਰ ਅੱਕ ਥੱਕ ਜਾਂਦਾ ਹੈ ਕਿ ਮੈਨੂੰ ਆਰਾਮ ਨਹੀਂ ਆ ਰਿਹਾ। ਫਿਰ ਮਹਾਰਾਜ ਦੇ ਅੱਗੇ ਅਰਦਾਸ ਕਰਦਾ ਹੈ ਕਿ ਜਾਂ ਆਪ ਕਿਰਪਾ ਕਰੋ ਜਾਂ ਕਿਸੇ ਹਕੀਮ ਦੇ ਅੰਦਰ ਵਰਤ ਕੇ ਮੈਨੂੰ ਤੰਦਰੁਸਤੀ ਦੇ ਦੇਵੇ। ਫਿਰ ਮਹਾਰਾਜ ਦੀ ਅਰਦਾਸ ਫਰਿਆਦ ਸੁਣ ਕੇ
ਕਿਰਪਾ ਕਰ ਦਿੰਦੇ ਆ। ਜਦੋਂ ਕਿ ਵੱਡੀਆਂ ਵੱਡੀਆਂ ਔਸ਼ਧੀਆਂ ਵਰਤਣ ਤੋਂ ਆਰਾਮ ਨੇ, ਕਿਸੇ ਹਕੀਮ ਉੱਤੇ ਮਹਾਰਾਜ ਦੀ ਕਲਾ ਵਰਤੀ, ਉਹਦੇ ਦੁਆਰਾ ਦਿੱਤੀ ਹੋਈ ਸਾਦੀ ਜਿਹੜੀ ਦਵਾਈ ਉਹ ਵੀ ਇਹ ਕੰਮ ਕਰ ਦਿੰਦੀ ਹੈ। ਵੈਦਾ ਸੰਦਾ ਸੰਗਾ ਇਕੱਠਾ ਹੋਇਆ, ਅਵਖਦਾਏ ਰਾਸ ਵਿੱਚ ਆਪ ਖਲੋਇਆ। ਵੈਦਾਂ ਦਾ ਬਹੁਤ ਸੰਗ ਇਕੱਠਾ ਹੋਇਆ ਸੀ, ਇੱਕ ਮਤ ਹੋ ਕੇ ਦੁਨੀਆਂ ਦਿੰਦੇ ਰਹੇ, ਆਰਾਮ ਨਹੀਂ ਆਇਆ। ਪ੍ਰੇਮੀ ਕਹਿੰਦੇ ਵੀ ਗੁਰੂ ਸਾਹਿਬ ਦੀ ਆਗਿਆ ਲੈ ਲਓ। ਜਦੋਂ ਮਹਾਰਾਜ ਦੀ ਆਗਿਆ ਨਾਲ ਉਹ ਦਵਾਈ ਦਿੱਤੀ, ਉਸੇ ਨੇ ਆਰਾਮ ਕਰ ਦਿੱਤਾ, ਨਾਲ ਬਖਸ਼ਿਸ਼ ਹੋ ਗਈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਕਿ ਤੈਂਡੀ ਬੰਦਸ ਮੈਂ ਕੋਇ ਨਾ ਡਿਠਾ, ਤੂੰ ਨਾਨਕ ਮਨ ਪਾਉਣਾ। ਇਹ ਗੁਰੂ ਨਾਨਕ ਸਾਹਿਬ ਆਪ ਜੀ ਦੀ ਸਿਫਤ ਸਲਾਘਾ, ਬਾਣੀ ਦਾ ਉੱਤਮ ਗਿਆਨ ਸੁਣ ਕੇ ਆਪ ਜੀ ਸਾਡੇ ਮਨ ਨੂੰ ਭਾਣਾ ਭਾ ਗਏ। ਤੁਹਾਡੀ ਬਾਣੀ ਦਾ ਉਪਦੇਸ਼ ਸਾਨੂੰ ਬਹੁਤ ਚੰਗਾ ਲੱਗਿਆ ਕਿ ਬਹੁਤ ਸਾਰੇ ਗ੍ਰੰਥਾਂ ਪੰਥਾਂ ਮਹੰਤਾਂ ਦੇ ਉਪਦੇਸ਼ ਸੁਣੇ, ਉਹਨਾਂ ਦੇ ਅੰਦਰ ਕੋਈ ਦਵੈਸ਼ ਵਾਲੀ ਈਰਖਾ ਵਾਲੀ ਭਾਵਨਾ ਨਜ਼ਰ ਆਉਂਦੀ ਸੀ। ਔਰ ਆਪ ਜੀ ਦਾ ਏਕਤਾ ਬੋਧਕ ਉਪਦੇਸ਼ ਸੁਣ ਕੇ ਸਾਡੇ ਮਨ ਨੂੰ ਬੜਾ ਭਾ ਗਿਆ ਕਿ ਇਸ ਘਰ ਵਿੱਚ ਸਮਦਰਸ਼ਤਾ ਹੈ, ਕਿਸੇ ਨਾਲ ਦਵੈਸ਼ ਭਾਵ ਨਹੀਂ। ਅਤੇ ਆਪ ਜੀ ਸਾਡੇ ਮਨ ਨੂੰ ਭਾ ਗਏ ਹੋ, ਚੰਗੇ ਲੱਗੇ ਹੋ। ਤੁਹਾਡਾ ਉਪਦੇਸ਼ ਸਾਡੇ ਮਨ ਨੂੰ ਬਹੁਤ ਹੀ ਭਾਇਆ, ਚੰਗਾ ਲੱਗਿਆ ਹੈ। ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਐਸੇ ਸੰਤ ਰੂਪੀ ਮਿੱਤਰ ਜਿਹੜੇ ਵਿਚੋਲੇ ਬਣ ਕੇ ਸਾਨੂੰ ਗੁਰੂ ਦੇ ਮਿਲਾਉਣ ਦਾ ਉਪਦੇਸ਼ ਦਿੰਦੇ ਹਨ, ਉਹਨਾਂ ਦੇ ਘੋਲ ਘੁਮਾਈ ਆਪਣਾ ਆਪ ਨਿਸ਼ਾਵਰ ਕਰ ਦਈਏ, ਉਹਨਾਂ ਤੋਂ ਬਲਿਹਾਰ ਜਾਈਏ ਕਿ ਉਹ ਧੰਨ ਹਨ ਜਿਨ੍ਹਾਂ ਨੇ ਸਾਡੀ ਦੁਖੀਆਂ ਦੀ ਫਰਿਆਦ ਸੁਣੀ, ਸਾਨੂੰ ਸੱਚਾ ਸੁੱਚਾ ਏਕਤਾ ਵਾਲਾ, ਸਾਨੂੰ ਸ਼ਾਂਤ ਕਰਨ ਵਾਲਾ ਉਪਦੇਸ਼ ਬਖਸ਼ਿਸ਼ ਕੀਤਾ, ਜਿਹਦੇ ਨਾਲ ਮਨ ਚੋਂ ਜਿਹੜਾ ਰਾਗ ਦਵੈਸ਼ ਵਾਲੀ ਭਾਵਨਾ ਸੀ ਖਤਮ ਹੋ ਗਈ। ਈਰਖਾ ਸੀ, ਜਲਨ ਸੀ, ਨਫ਼ਰਤ ਸੀ, ਘਿਰਣਾ ਸੀ, ਉਹ ਸਾਰੇ ਖਤਮ ਹੋ ਗਈ। ਹੁਣ ਸਮਾਨ ਦ੍ਰਿਸ਼ਟੀ ਮਿਲ ਗਈ ਸਾਰਿਆਂ ਦੇ ਵਿੱਚ। ਹੁਣ ਅਸੀਂ ਬ੍ਰਹਮ ਆਤਮਾ ਪਰਮਾਤਮਾ ਦੀ ਜੋਤ ਦੇਖਣ ਵਾਲੇ ਬਣ ਗਏ। ਜਦੋਂ ਦਾ ਦਵੈਸ਼ ਭਾਵ ਮਿਟ ਗਿਆ, ਮਨ ਸ਼ਾਂਤ। ਹੁਣ ਕਿਸੇ ਨਾਲ ਈਰਖਾ ਨਹੀਂ, ਕਿਸੇ ਨਾਲ ਘਿਰਣਾ ਨਫ਼ਰਤ ਨਹੀਂ। ਹੁਣ ਤਾਂ ਅਸੀਂ ਸਾਰਿਆਂ ਨੂੰ ਆਪਣੇ ਮਿੱਤਰ ਤੇ ਸੱਜਣ ਕਰਕੇ ਜਾਣਨ ਲੱਗ ਪਏ ਹਾਂ। ਜੈ ਮਿਲ ਕੰਤ ਪਛਾਣਾ, ਜਿਨ੍ਹਾਂ ਨਾਲ ਮਿਲ ਕੇ ਜਿਹੜੇ ਪਰਮਾਤਮਾ ਤੋਂ ਵਿਛੜੇ ਸੀ, ਉਸ ਪਰਮਾਤਮਾ ਦੀ ਬਾਣੀ ਦੀ ਵਿਚਾਰ ਸੁਣ ਕੇ ਪਹਿਲਾਂ ਤਾਂ ਜਾਣਕਾਰੀ ਲਈ। ਜਿਵੇਂ ਫੋਟੋ ਹੁੰਦੀ ਹੈ, ਉੱਤੇ ਗੁਲੀਆ ਹੁੰਦਾ, ਅਤੇ ਜਦੋਂ ਕਿਸੇ ਚੋਰ ਚਕਾਰ ਨੂੰ ਫੜਨਾ, ਉਹ ਗੁਲੀਏ ਨਾਲ ਗੁਲੀਆ ਮਿਲਾ ਕੇ ਬੰਦੇ ਨੂੰ ਪਕੜ ਲੈਂਦੇ ਆ। ਪਹਿਲਾਂ ਜਾਣਕਾਰੀ ਲਈ ਕਿਹੜਾ ਪਿੰਡ ਹੈ, ਇਹਦੇ ਮਾਪੇ ਕੌਣ ਹੈ, ਜਾਤ ਬਰਾਦਰੀ ਕਿਹੜੀ ਹੈ, ਕਿੱਥੇ ਰਹਿੰਦਾ ਹੈ, ਕੀ ਕੰਮ ਕਰਦਾ, ਉਹਦਾ ਅੱਗਾ ਪਿੱਛਾ ਸਾਰੀ ਪੜਤਾਲ ਕਰਦੇ। ਫਿਰ ਉਹ ਗੁਲੀਏ ਦੁਆਰਾ ਹੀ ਐਡਰੈਸ ਵੀ ਲੈਂਦੇ ਹੈ, ਫੋਟੋਗ੍ਰਾਫੀ ਵੀ, ਇਹ ਪਛਾਣ ਲੈਂਦੇ। ਇਹੀ ਜਿਹਨੂੰ ਲੈਦੇ ਫਿਰਦੇ ਸੀ। ਇਸੇ ਤਰ੍ਹਾਂ ਚਾਹੇ ਬੁਰੇ ਦੀ ਪਛਾਣ ਕਰਨੀ, ਉਹਦੀ ਵੀ ਜਾਣਕਾਰੀ ਲੈਣੀ ਪਏਗੀ। ਚੰਗੇ ਦੀ ਪਛਾਣ ਕਰਨੀ ਹੈ, ਜਾਣਕਾਰੀ ਤਾਂ ਉਹਦੀ ਵੀ ਪ੍ਰਾਪਤ ਕਰਨੀ ਪਏਗੀ। ਇਸੇ ਤਰ੍ਹਾਂ ਕਈ ਪ੍ਰੇਮੀ ਮਿਲ ਜਾਂਦੇ ਆ ਕਿ ਮਹਾਰਾਜ ਨੈੱਟ 'ਤੇ ਤੁਹਾਡੀ ਕਥਾ ਸੁਣੀ ਸੀ, ਤੁਸੀਂ ਹੋ ਗਈ, ਉੱਥੇ ਦਾ ਫੋਟੋ ਹੀ ਦੇਖੀ ਸੀ,
ਬਾਣੀ ਦੇ ਬਚਨ ਸੁਣੇ ਸੀ। ਜਦੋਂ ਕਿਤੇ ਸਾਹਮਣੇ ਉਹ ਪੁਰਸ਼ ਆਉਂਦਾ, ਪਹਿਲਾਂ ਤੋਂ ਤੱਕਦੇ ਰਹਿੰਦੇ, ਦੇਖਦੇ ਰਹਿੰਦੇ, ਨੀਝ ਲਾ ਕੇ ਫਿਰ ਪੁੱਛੇ ਲੈਂਦੇ, ਤੁਸੀਂ ਹੋ ਗਏ? ਜੇ ਜਾਣਕਾਰੀ ਸੀ ਤੇ ਪਛਾਣ ਹੋਈ। ਇਸ ਤਰ੍ਹਾਂ ਬਾਣੀ ਦੁਆਰਾ, ਧਰਮ ਸ਼ਾਸਤਰਾਂ ਦੁਆਰਾ ਪਰਮਾਤਮਾ ਬਾਰੇ ਜਾਣਕਾਰੀ ਮਿਲਦੀ ਹੈ। ਜਦੋਂ ਕਮਾਈ ਕਰਦੇ ਹਿਰਦਾ ਸ਼ੁੱਧ ਹੁੰਦਾ ਅਤੇ ਉਹਦੇ ਸਰੂਪ ਬਾਰੇ ਗਿਆਨ ਮਿਲਦਾ, ਫਿਰ ਹੌਲੀ ਹੌਲੀ ਪਛਾਣ ਵੀ ਹੋ ਜਾਂਦੀ। ਇਹ ਤਾਂ ਹੋ ਗਈ ਸਤਿਗੁਰੂ ਜੀ ਹੈ। ਇਸ ਕਰਕੇ ਕਹਿੰਦੇ ਉਹਨਾਂ 'ਤੇ ਅਸੀਂ ਭੁੱਲ ਕਮਾਉਂਦੇ, ਆਪਣਾ ਆਪ ਵਾਰਦੇ ਪ੍ਰਵਾਨ ਕਰਦੇ ਹਾਂ, ਜਿਨ੍ਹਾਂ ਦੇ ਉਦਮ ਪੁਰਸ਼ਾਰਥ ਦੁਆਰਾ ਬਚਨਾਂ ਦੀ ਕਮਾਈ ਕਰਕੇ ਅਸੀਂ ਆਪਣੇ ਆਪੇ ਨੂੰ, ਆਪਣਾ ਸਰੂਪ ਆਤਮਾ, ਉਸ ਨੂੰ ਪਛਾਣਨਾ ਕੀਤਾ। ਪਹਿਲਾਂ ਤਾਂ ਕੁਛ ਹੋਊਗਾ, ਮੈਂ ਸਰੀਰ ਹਾਂ, ਇਸ ਸਰੀਰ ਵਿੱਚ ਤੂੰ ਕੌਣ ਹੈ? ਇਹ ਅੱਖਾਂ, ਇਹ ਮਸਤਕ ਹੈ, ਕੰਨ ਹੈ, ਮੂੰਹ ਹੈ, ਮੂੰਹ ਵਿੱਚ ਜੇਵਾ ਹੈ, ਦੰਦ ਹਨ, ਹੱਥ ਪੈਰ ਹੈ, ਬਾਕੀ ਅੰਗ ਪ੍ਰਤੀ ਅੰਗ ਹੈ, ਅਤੇ ਤੂੰ ਇਹਨਾਂ 'ਚ ਕੌਣ ਹੈ? ਫਿਰ ਕਹੂਗਾ ਮੈਂ ਮਨ ਬੁੱਧ ਹਾਂ, ਇੰਦਰੀਆਂ ਹੈ, ਪ੍ਰਾਣ ਹੈ। ਕਹਿੰਦੇ ਇਹ ਵੀ ਤੂੰ ਨਹੀਂ, ਤੂੰ ਤਿੰਨ ਗੁਣ ਵੀ ਨਹੀਂ ਮਾਇਆ ਦੇ, ਤੂੰ ਤਾਂ ਆਤਮਾ ਸਰੂਪ ਹੈ। ਪਹਿਲਾਂ ਗ੍ਰੰਥਾਂ ਦੁਆਰਾ ਜਾਣਕਾਰੀ ਮਿਲੀ, ਤੇਰਾ ਵਾਸਤਵ ਸਰੂਪ ਸਰੀਰ ਨਹੀਂ, ਇੰਦਰੀਏ ਨਹੀਂ, ਮਨ ਬੁੱਧ ਨਹੀਂ। ਤੇਰਾ ਵਾਸਤਵ ਅਸਲੀ ਸਰੂਪ ਆਤਮਾ ਹੈ। ਆਤਮਾ ਜਿਹੜੀ ਹੈ ਉਹ ਸੱਚਿਤ ਆਨੰਦ ਸਰੂਪ ਹੈ, ਉਹ ਸਤ ਸਰੂਪ ਵੀ ਹੈ। ਤਿੰਨਾਂ ਕਾਲਾਂ 'ਚ ਇਹਦਾ ਨਾਸ਼ ਨਹੀਂ ਹੁੰਦਾ। ਇਹ ਚਿੱਤ ਚੇਤਨ ਸਰੂਪ ਵੀ ਹੈ, ਇਹ ਆਨੰਦਮਈ ਸੁੱਖ ਸਰੂਪ ਵੀ ਹੈ। ਜਿੰਨੇ ਸੁੱਖ ਹੈ ਉਹ ਆਤਮਾ ਦੇ ਆਸਰੇ ਹੀ ਹੈ। ਇਹ ਆਤਮਾ ਸਰੀਰ ਦਾ ਵਿਯੋਗ ਕਰ ਗਿਆ ਅਤੇ ਰਸਨਾ ਖਾਣ ਦਾ ਕੀ ਆਨੰਦ ਲਏਗੀ, ਸਰੀਰ ਪਹਿਨਣ ਦਾ ਕੀ ਆਨੰਦ ਲਏਗਾ, ਬਾਕੀ ਅੱਖਾਂ ਦੇਖਣ ਦਾ ਕੀ ਆਨੰਦ ਲੈਣਗੀਆਂ, ਕੰਨ ਸੁਣਨ ਦਾ ਰਾਗ ਕੀ ਆਨੰਦ ਲੈਣਗੇ। ਇਸੇ ਤਰ੍ਹਾਂ ਜਾਣਨਾ ਉਹ ਸਾਰੇ ਆਨੰਦ ਜਿਹੜੇ ਉਹ ਆਤਮਾ ਦੇ ਆਸਰੇ ਹੀ ਹੈ। ਇਹ ਆਤਮਾ ਸਰੀਰ ਦਾ ਪ੍ਰਯੋਗ ਕਰ ਜਾਂਦੀ ਹੈ, ਇਹ ਸਰੀਰ ਮ੍ਰਿਤਕ ਹੋ ਜਾਂਦਾ ਹੈ। ਇਸ ਨੂੰ ਕੋਈ ਦਬਾ ਦਿੰਦਾ ਹੈ, ਕੋਈ ਫੂਕ ਦਿੰਦਾ ਹੈ, ਕੋਈ ਜਲ ਪ੍ਰਵਾਹ, ਕੋਈ ਪਾਰਸ਼ੀਆਂ ਨੂੰ, ਪੰਛੀਆਂ ਨੂੰ ਖਿਲਾ ਦਿੰਦਾ ਹੈ। ਆਤਮਾ ਦੀ ਸੱਤਾ ਨਾਲ ਹੀ ਇਹਦਾ ਮਾਣ ਸਤਿਕਾਰ ਉਦੋਂ ਬਿਨਾਂ ਸਰੀਰ ਰੁਲ ਜਾਂਦਾ ਹੈ ਔਰ ਮਿੱਟੀ ਬਣ ਕੇ ਮਿੱਟੀ 'ਚ ਸੜ ਕੇ ਧੂੜ ਬਣ ਕੇ ਉੱਡ ਜਾਂਦਾ ਹੈ। ਇਹਦੇ ਸਾਰੇ ਸੁੱਖ ਆਰਾਮ ਸਾਖੀ ਚੇਤਨ ਆਤਮਾ ਦੁਆਰਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੈ ਮਿਲ ਕੰਤ ਪਛਾਣ। ਜਿਨ੍ਹਾਂ ਗਿਆਨਵਾਨਾਂ ਦੀ, ਮਹਾਂਪੁਰਖਾਂ ਵਿਦਵਾਨਾਂ ਦੀ ਸੰਗਤ ਕਰਕੇ ਅਸੀਂ ਉਸ ਸਾਖੀ ਚੇਤਨ ਆਤਮਾ ਦੀ ਪਹਿਚਾਣ ਕੀਤੀ ਹੈ। ਮਹੱਲਾ ਪੰਜਵਾ। ਅਰਥ ਨੂੰ ਹੋਰ ਖੋਲ੍ਹਦੇ ਹੋਏ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਪਾਗ ਸੁਹਾਵੇ ਜਾਂ ਤੋ ਧਿਰ ਜੁਲਦੇ। ਪੈਰ ਸਾਰਿਆਂ ਨੂੰ ਮਿਲਿਆ, ਕਈਆਂ ਨੂੰ ਨਹੀਂ। ਅੰਗੜੇ ਦੂਜੇ ਡੁੱਡੇ ਪਿੰਗਲੇ ਦੂਏ ਦੇ ਆਸਰੇ। ਜਿਨ੍ਹਾਂ ਨੂੰ ਮਿਲੇ ਹੈ ਉਹ ਵੀ ਪੈਰਾਂ ਨਾਲ ਚੰਗੇ ਪਾਸੇ ਨਹੀਂ ਜਾਂਦੇ। ਕਦੀ ਇਹ ਸਿਨੇਮਿਆਂ ਵੱਲ ਜਾਂਦੇ ਹੈ, ਕਲੱਬਾਂ ਥੀਏਟਰਾਂ ਵਿੱਚ ਜਾਂਦੇ ਹੈ, ਜਿੱਥੇ ਨਕਲਾਂ ਹੁੰਦੀਆਂ, ਰਾਸਾਂ ਪੈਣੀਆਂ, ਮੁਜਰੇ ਹੁੰਦੇ ਹੈ, ਡਾਂਸ ਘਰਾਂ ਵੱਲ ਜਾਂਦੇ ਹੈ। ਉਹ ਪੈਰ ਸਫਲ ਨਹੀਂ, ਉਹ ਤਾਂ ਮਾੜੇ ਪਾਸੇ ਲੈ ਗਏ। ਮਾੜੀ ਸੁਸਾਇਟੀ ਜਾ ਕੇ ਉਹਦਾ ਪ੍ਰਭਾਵ ਵੀ ਚੰਗਾ ਨਹੀਂ, ਬੁਰਾ ਹੋਵੇਗਾ। ਉਹਦਾ ਨਤੀਜਾ ਵੀ ਕੁਝ ਸਮੇਂ ਤੋਂ ਬਾਅਦ ਰਿਜ਼ਲਟ ਬਹੁਤ ਮਾੜਾ ਨਿਕਲੇਗਾ।
ਮਹਾਰਾਜ ਕਹਿੰਦੇ ਭਾਵ ਪੈਰ ਉਹ ਚੰਗੇ ਹਨ ਜੋ ਸਤਸੰਗਤ ਵਾਲਾ ਮਹਾਂਪੁਰਖਾਂ ਦੇ ਗੁਰੂ ਸਾਹਿਬਾਂ ਦੇ ਦਰਸ਼ਨ ਵੱਲ ਚੱਲ ਕੇ ਜਾਂਦੇ ਹਨ, ਕਿਉਂਕਿ ਚਰਨ ਸਫਲ ਪ੍ਰਦਖਣਾ ਕਰਕੇ ਇਹ ਮਹਾਰਾਜ ਦੀ ਪਰਿਕਰਮਾ ਕਰਕੇ ਸਫਲ ਹੁੰਦੇ ਹਨ। ਸੀਸ ਸੁਹਾਵਾ ਚਰਣੀ, ਇਹ ਸਿਰ ਜਿਹੜਾ ਹੈ ਇਹ ਗੁਰੂ ਦੇ ਚਰਨਾਂ 'ਤੇ ਮੱਥਾ ਟੇਕਿਆ ਜਾਏ, ਫਿਰ ਇਹ ਸੁਹਾਵਾ ਹੈ। ਆਮ ਲੋਕ ਆਪਣੇ ਸਵਾਰਥ ਵਾਸਤੇ ਇੱਕ ਦੂਏ ਅੱਗੇ ਵੀ ਝੁਕਦੇ ਹੈ, ਰਾਜਨੀਤਿਕਾਂ ਦੇ ਅੱਗੇ ਜਾ ਜਾ ਕੇ ਨੱਕ ਰਗੜਦੇ ਹੈ, ਉਹਨਾਂ ਦੀ ਚਰਨ ਚਾਪੀ ਕਰਦੇ ਹੈ, ਉਹਨਾਂ ਦੀ ਚਮਚਾਗਿਰੀ ਕਰਦੇ ਹੈ। ਪਰ ਮਹਾਰਾਜ ਕਹਿੰਦੇ ਸੀਸ 'ਤੇ ਤਾਂ ਸੁਹਾਵਾ ਹੈ, ਇਹ ਜੇ ਦਾਸਾ ਭਾਵ ਧਾਰ ਕੇ ਹਉਮੈ ਨੂੰ ਤਿਆਗ ਕੇ ਗੁਰੂ ਮਹਾਰਾਜ ਦੇ ਚਰਨੀ ਲੱਗਦਾ ਹੈ, ਗੁਰੂ ਮਹਾਰਾਜ ਦਾ ਦਾਸਾ ਭਾਵ ਧਾਰ ਕੇ ਨਾਮ ਸ਼ਬਦ ਦੀ ਕਮਾਈ ਕਰਦਾ ਹੈ, ਫਿਰ ਇਹਦਾ ਜਿਹੜਾ ਸੀਸ ਉਹ ਸੁਹਾਵਾ ਹੈ। ਕਿਉਂਕਿ ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ, ਕਰਨਾ ਸੁਨਹੀ ਨਾਦ ਕਰਨ ਮੁਦ ਖਾਲਿਆ, ਰਸਨਾ ਜਪੇ ਨਾ ਨਾਮ ਤਿਲ ਤਲ ਕਰ ਕਟੀ, ਹਰਾਮ ਜਪ ਸਿਆ ਦਿਨ ਰਾਜ ਦਿਨੋਂ ਦਿਨ ਕਟੀ। ਇਸ ਕਰਕੇ ਜਿਹੜਾ ਸਿਰ ਆ ਇਹ ਤਾਂ ਹੀ ਸੁਹਾਵਾ ਸੋਭਨੀ ਹੈ ਜੇ ਸਿਰ ਆਕੜ ਪਕੜ ਛੱਡ ਕੇ ਸੰਤਾਂ ਮਹਾਂਪੁਰਖਾਂ ਗੁਰੂਆਂ ਦੇ ਅੱਗੇ ਝੁਕਦਾ, ਕਿਉਂਕਿ ਨਮਸਕਾਰ ਕਰਦਾ ਹੈ। ਜਿਹੜੇ ਆਕੜ ਵਿੱਚ ਰਹਿੰਦੇ ਫਿਰ ਧੌਣਾਂ ਕਿਲੇ ਹੀ ਠੁਕਦੇ ਹਨ। ਇਸ ਵਾਸਤੇ ਇਹ ਜਿਹੜਾ ਸਿਰ ਹੈ ਇਹ ਤਾਂ ਸ਼ੋਭਾਦਾਈ ਬਣਦਾ ਹੈ ਇਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਝੁਕਦਾ ਹੈ। ਮਹਾਰਾਜ ਹਰੀ ਕੇ ਖੱਤਣ ਆਏ ਸੀ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਉਹ ਚੌਧਰੀ ਆਇਆ ਅਤੇ ਮਹਾਰਾਜ ਦਾ ਸਤਿਕਾਰ ਵਜੋਂ ਚੌਂਕੀ ਢਹਾਈ, ਪਰ ਆ ਕੇ ਮਹਾਰਾਜ ਦੇ ਸਿਰਹਾਣੇ ਵੱਲ ਬਹਿ ਗਿਆ ਕਿ ਮੈਂ ਚੌਧਰੀ ਹਾਂ। ਸੰਗਤ ਨੇ ਬਹੁਤ ਬੁਰਾ ਮਨਾਇਆ ਤੇ ਚਲੇ ਗਿਆ, ਕੋਈ ਨਮਸਕਾਰ ਨਹੀਂ। ਕਹਿੰਦੇ ਮਹਾਰਾਜ ਕੋਈ ਬੜਾ ਹਾਰੀ ਸੀ ਕਿ ਦੇਖੋ ਨਾ ਕੋਈ ਨਮਸਕਾਰ ਕੀਤੀ, ਨਾ ਕੋਈ ਗੁਰੂ ਜਾਣ ਕੇ ਆਦਰ ਸਤਿਕਾਰ ਭੇਟਾ ਵਗੈਰਾ, ਤੁਸੀਂ ਆਸਣ ਵੀ ਦਿੱਤਾ ਉੱਥੇ ਨਹੀਂ ਬੈਠਾ, ਅਤੇ ਬਰਾਬਰ ਵੀ ਸਿਰਹਾਣੇ ਵੱਲ ਆਪ ਜੀ ਦੇ ਵੱਡਾ ਬਣ ਕੇ ਬਹਿ ਗਿਆ। ਮਹਾਰਾਜ ਕਹਿੰਦੇ ਭਾਈ ਕੇ ਚੌਧਰਾਂ ਥੋੜ੍ਹੇ ਦਿਨ ਪਈਆਂ ਸੀ, ਐਸਾ ਹੀ ਹੋਇਆ ਸੀ। ਇਸ ਕਰਕੇ ਵੱਡਿਆਂ ਪੁਰਸ਼ਾਂ ਅੱਗੇ ਨਮਸਕਾਰ ਕਰਨੀ ਜਿਹੜੀ ਬਣ ਆਉਂਦੀ ਹੈ। ਸੀਸ ਨਵਾਇਆ ਗਿਰਪਰਤ ਬਹੁ ਪਾਪਣ ਕੀ ਪੋਟ, ਤਾਂ ਤੇ ਸੀਸ ਨਵਾਇਆ ਲਗੈ ਨਾ ਜਮ ਕੀ ਝੋਟ। ਇਸ ਵਾਸਤੇ ਕਿ ਇਹ ਜਿਹੜਾ ਮਸਤਕ ਤਾਂ ਸਫਲ ਹੁੰਦਾ ਸੰਤ ਨਮਸਕਾਰਸ, ਜਦੋਂ ਮਹਾਂਪੁਰਸ਼ਾਂ ਨੂੰ ਨਮਸਕਾਰ ਕਰਦੇ ਹੋ। ਇਸ ਕਰਕੇ ਇਹ ਸਿਰ ਤਾਂ ਸੁਹਾਵਾ ਸੋਭਨੀਕ ਹੈ ਜੇ ਅਸੀਂ ਮਹਾਂਪੁਰਸ਼ਾਂ ਨੂੰ ਨਮਸਕਾਰ ਕਰਦੇ ਹਾਂ। ਮੁਖ ਸੁਹਾਵਾ ਜਾਂ ਤਉ ਜਸ ਗਾਵੈ, ਇਹ ਮੂੰਹ ਤੁਮਾ ਪਾਨਾਂ ਦੇ ਪੀੜੇ ਖਾਣ ਨਾਲ ਫੇਰ ਨਹੀਂ ਸਫਲ ਹੁੰਦਾ। ਉਹ ਤਾਂ ਕਹਿੰਦੇ ਪਾਨ ਸੁਪਾਰੀ ਖਾਧੀਆਂ ਮੁਖ ਪੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਇਹ ਮੁਖ ਪਾਨਾਂ ਦੇ ਪੀੜੇ, ਇਹ ਫਿਰ ਮਾਸ ਆਂਡੇ ਤਰਕਾਰੀਆਂ ਖਾਣ ਨਾਲ ਨਹੀਂ, ਜਾਂ ਲੱਛੇਦਾਰ ਗੱਲਾਂ ਕਰਨ ਕਰਾਉਣ ਨਾਲ ਸੁਹਾਵਾ ਨਹੀਂ। ਇਹ ਮੁਖ ਕਦੋਂ ਸੁਹਾਵਾ ਹੁੰਦਾ? ਫਿਰ ਪੜ੍ਹੋ ਜੀ। ਮੁਖ ਸੁਹਾਵਾ ਜਾਂ ਤਉ ਜਸ ਗਾਵੈ, ਜੇ ਉਸ ਨਿਰੰਕਾਰ ਦਾ ਜਸ ਗਾਵੇ। ਐਵੇਂ ਫੋਕੀ ਲੋਕਾਂ ਦੀ ਵਡਿਆਈ ਕਰੀ ਜਾਣੀ, ਚਾਪਲੂਸੀ ਦੀਆਂ ਗੱਲਾਂ ਕਰਨੀਆਂ, ਉਹਦੇ ਨਾਲ ਸੁਹਾਵਾ ਨਹੀਂ। ਜਾਂ ਇੱਕ ਦੂਜੇ ਦੀ ਨਿੰਦਿਆ ਕਰਕੇ ਪੰਡੀ ਪ੍ਰਚਾਰ ਕਰਕੇ ਨਹੀਂ। ਇਹ ਮੁੱਖ ਤਾਂ ਸੁਹਾਵਾ ਜੇ ਗੁਰੂ ਦਾ ਜਸ ਕਰੇ,
ਇਹ ਮੁਖੜਾ ਵੀ ਸੁਹਾਵਾ ਸੋਭਨੀਕ ਬਣ ਜਾਂਦਾ ਹੈ। ਜੀਉ ਪਇਆ ਤਉ ਸਰਣੀ। ਇਹ ਜੀਵ ਦੀ ਸਫਲਤਾ ਤਾਂ ਹੈ ਜੇ ਹਉਮੈ ਨੂੰ ਤਿਆਗ ਕੇ ਓਂਕਾਰ ਨੂੰ ਗੁਰੂ ਕੀ ਸ਼ਰਨ ਵਿੱਚ ਜਾ ਕੇ ਝੁਕ ਜਾਵੇ। ਫਿਰ ਉਹ ਪਾਪ ਮਿਟ ਜਾਂਦੇ ਹਨ। ਮਹਾਰਾਜ ਜਦੋਂ ਆਗਰੇ ਗਏ ਤੇ ਉਹ ਬਹਾਦਰ ਸ਼ਾਹ ਮਹਾਰਾਜ ਦੀ ਸ਼ਰਨ ਭਾਈ ਜਵਾਹਰ ਸਿੰਘ ਆਏ। ਉਹਨਾਂ ਦੀ ਸਪੁੱਤਰੀ ਵੀ ਨਾਲ ਸੀ। ਬਾਦਸ਼ਾਹ ਨੇ ਜਦੋਂ ਉਹਦੇ ਵੱਲ ਦੇਖਿਆ ਉਹਦੇ ਮਨ ਵਿੱਚ ਕੋਈ ਭਾਵ ਗਲਤ ਪੈਦਾ ਹੋਇਆ। ਉੱਥੇ ਦਾ ਹੁਣ ਮਹਾਰਾਜ ਦਾ ਤੇਜ ਪ੍ਰਤਾਪ ਸੀ। ਬਾਅਦ ਵਿੱਚ ਹੁਣ ਕੋਈ ਡੋਲੇ ਦੇ ਕੇ ਨਾਲ ਕਰਮਚਾਰੀ ਭੇਜੇ ਕਿ ਉਹ ਜਵਾਹਰ ਸਿੰਘ ਦੀ ਕੰਨਿਆ ਨੂੰ ਲਿਆਂਦਾ ਜਾਏ, ਬੇਗਮ ਬਣਾਉਣਾ ਹੈ। ਹੁਣ ਉਹ ਮਹਾਰਾਜ ਦੇ ਪੂਰੇ ਸ਼ਰਧਾਲੂ ਸੀ। ਜਦੋਂ ਜਾਣ ਅੱਖਾਂ ਤੋਂ ਦਿਸਣਾ ਬੰਦ ਹੋ ਜਾਏ। ਵਾਪਸ ਮੁੜਨ 'ਤੇ ਨਜ਼ਰ ਆਏ। ਇਹ ਪਛਤਾਇਆ ਕਿ ਪੀਰ ਜੀ ਪੂਰੇ ਕਰਾਮਾਤੀ ਹੈ। ਉਹ ਆਪਣੇ ਸੇਵਕਾਂ ਭਗਤਾਂ ਦੀ ਰੱਖਿਆ ਵੀ ਕਰਦੇ ਹੈ। ਮੈਨੂੰ ਰਾਜ ਦੇ ਸਕਦੇ, ਖੋ ਵੀ ਸਕਦੇ ਹੈ। ਮਨੋਂ ਮੈਂ ਪਛਤਾਇਆ, ਪ੍ਰਾਸ਼ਚਿਤ ਕੀਤਾ। ਭਾਈ ਜਵਾਹਰ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਇਸ ਤਰ੍ਹਾਂ ਰਾਜਿਆਂ ਦੇ ਡੋਲੇ ਹੁੰਦੇ ਹੈ। ਕਹਿਣ ਲੱਗੇ ਜਵਾਹਰ ਸਿੰਘ ਇਹਦੇ ਕਰਮ ਦੀ ਰੇਖਾ ਟੁੱਟੀ ਸੀ। ਕੱਲ੍ਹ ਜਦੋਂ ਸੰਗਤ ਵਿੱਚ ਤੇਰੇ ਨਾਲ ਆਈ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕੀਤੀ, ਇਹਦੀਆਂ ਟੁੱਟੀਆਂ ਰੇਖਾ ਗੰਢੀਆਂ ਗਈਆਂ। ਇਸ ਕਰਕੇ ਨਮਸਕਾਰ ਜਿਹੜੀ ਗੁਰੂ ਮਹਾਰਾਜ ਨੂੰ ਕਰਨੇ ਇਹਦਾ ਬੜਾ ਪੁੰਨ ਪ੍ਰਤਾਪ ਹੈ। ਭਾਈ ਸੁਵੇਗ ਸਿੰਘ ਸੁਆਜ ਸਿੰਘ ਦਾ ਵੀ ਪ੍ਰਸੰਗ ਆਉਂਦਾ। ਉਹ ਕਹਿੰਦੇ ਜੀ ਤੇਰਾ ਪਿਤਾ ਡੋਲ ਗਿਆ, ਮੁਸਲਮਾਨ ਹੋਣਾ ਮੰਨ ਗਿਆ। ਉਹ ਬੱਚਾ ਸੀ, ਕਹਿੰਦੇ ਇਹ ਗੱਲ ਨਹੀਂ ਹੋ ਸਕਦੀ। ਮੇਰੇ ਪਿਤਾ ਜੀ ਕਿਵੇਂ ਕਮਜ਼ੋਰੀ ਵਾਲੀ ਗੱਲ ਮੰਨ ਸਕਦੇ। ਜਦੋਂ ਵਾਰ-ਵਾਰ ਕਹਿੰਦੇ ਚਲੋ ਜੀ ਮੇਰਾ ਪਿਤਾ ਮੰਨੇਗਾ ਜਿਵੇਂ ਮੇਰੇ ਪਿਤਾ ਕਹਿਣਗੇ ਉਵੇਂ। ਉਹ ਬੜੇ ਸ਼ੈਤਾਨ ਸਨ। ਆ ਕੇ ਕਹਿਣ ਲੱਗੇ ਤੇਰਾ ਪੁੱਤਰ ਤਾਂ ਮੁਸਲਮਾਨ ਹੋਣਾ ਮੰਨ ਗਿਆ। ਕਹਿੰਦੇ ਮੇਰਾ ਪੁੱਤਰ ਹੋਵੇ ਫਿਰ ਕਿਵੇਂ ਮੰਨ ਜਾਏ। ਅੱਜ ਕੱਲ੍ਹ ਤਾਂ ਹੁਣ ਪੇ ਵੀ ਕਾਇਮ ਨਹੀਂ ਅਤੇ ਪੁੱਤ ਵੀ ਕਾਇਮ ਨਹੀਂ। ਢਾਂਚਾ ਹੀ ਹਿਲਿਆ ਫਿਰਦਾ ਨਾ। ਉਹ ਤਾਂ ਕਾਇਮ ਸੀ ਗੁਰਸਿੱਖੀ ਦੇ ਅੰਦਰ। ਕਹਿੰਦੇ ਮੇਰੇ ਸਾਹਮਣੇ ਕਰੋ। ਜਦੋਂ ਮਸਤਕ ਨੂੰ ਦੇਖਿਆ, ਕਮਜ਼ੋਰੀ ਵਾਲੀ ਰੇਖਾ ਦੇਖੀ, ਉੱਥੋਂ ਮਿੱਟੀ ਚੱਕ ਕੇ 5 ਵਾਰੀ ਮੂਲ ਮੰਤਰ ਪੜ੍ਹ ਕੇ ਉਹਦੇ ਮੱਥੇ ਦੇ ਮੱਲ ਦਿੱਤੀ। ਕਹਿੰਦੇ ਪੁੱਛੋ। ਕਹਿੰਦੇ ਜੇ ਬਕਵਾਸ ਕਰਦੇ, ਮੈਂ ਤਾਂ ਗੱਲ ਹੋਰ ਕਹੀ, ਇਹ ਨਹੀਂ ਬਣਾ ਲਈ ਹੋ ਰਿਹਾ। ਚਰਖੜੀਆਂ ਦੇ ਚੜ੍ਹ ਕੇ ਤੂੰਬੇ ਤੂੰਬੇ ਹੋ ਗਏ, ਲੇਕਿਨ ਗੁਰਸਿੱਖੀ ਨੂੰ ਪਿੱਠ ਨਹੀਂ ਦਿੱਤੀ। ਹੁਣ ਸਾਨੂੰ ਮਾਇਆ ਪਦਾਰਥ ਸੋਖਾ ਆਰਾਮ ਮਿਲ ਰਿਹਾ। ਅਸੀਂ ਫੈਸ਼ਨਾਂ ਦੇ ਅਧੀਨ ਹੋ ਕੇ ਸਿੱਖੀ ਨੂੰ ਤਲਾਂਜਲੀ ਦੇ ਚੁੱਕੇ ਹਾਂ। ਵਿਰਲੇ ਵਿਰਲੇ ਕਾਇਮ ਨੇ, ਗੁਰਦੁਆਰਿਆਂ 'ਚ ਵੀ ਜਾਂਦੇ ਹਾਂ ਔਰ ਛਬੀਲਾਂ ਲੰਗਰ ਵੀ ਲਾਉਂਦੇ ਹਾਂ, ਪਰ ਸਿੱਖ ਬਣਨ ਵਾਸਤੇ ਤਿਆਰ ਨਹੀਂ। ਸਿੱਖੀ ਸਿਧਾਂਤ ਗ੍ਰਹਿਣ ਕਰਨ ਲਈ ਤਿਆਰ ਨਹੀਂ। ਦਾੜੀ ਕੇਸ ਰੱਖਣੇ ਤਾਂ ਅੱਜ ਦੇ ਸਿੱਖਾਂ ਨੂੰ ਬਹੁਤ ਮੁਸ਼ਕਿਲ ਜਾਪਣ ਲੱਗ ਪਿਆ। ਅੰਮ੍ਰਿਤ ਛਕਣਾ, ਤੜਕੇ ਉੱਠਣਾ, ਇਸ਼ਨਾਨ ਕਰਨਾ, ਪਾਣੀ ਪੜ੍ਹਨਾ ਉਹ ਤਾਂ ਬਹੁਤ ਦੂਰ ਚਲੇ ਗਿਆ। ਸੋ ਇਸ ਵਾਸਤੇ ਉਹ ਗੁਰਸਿੱਖ ਐਸੇ ਸਨ ਜਿਹੜੇ ਚਰਖੜੀਆਂ 'ਤੇ ਤੁੰਬੇ ਤੁੰਬੇ ਹੋ ਗਏ। ਧੰਨ ਘੜੀ ਧੰਨ ਚਰਖੜੀ, ਧੰਨ ਅਦਲ ਤੁਮਾਰਾ, ਧਰਮ ਹੇਤ ਸਿਰ ਬਾਰਨ, ਇਹ ਗੁਰ ਕਹੇ ਹਮਾਰਾ। ਉਹ ਗੁਰਸਿੱਖ ਉਹਨਾਂ ਦੇ ਜੀਵਨ ਤੋਂ ਸੇਧ ਲਈਏ। ਇਹਦਾ ਸਾਨੂੰ ਵੀ ਸਿੱਖੀ ਮਿਲ ਸਕਦੀ ਹੈ। ਅਤੇ ਜੇ ਕਈ ਐਕਟਰ ਅਤੇ ਐਕਟਰੈਸਾਂ ਦੇ ਗੀਤ ਨਾਚ ਮੁਜਰੇ ਦੇਖ ਕੇ ਫਿਰ ਤਾਂ ਜਿਹੜੇ ਆਪ ਗੜਕੇ ਹੋਏ ਹੈ ਉਹ ਤੁਹਾਨੂੰ ਵੀ ਨਾਲ ਹੀ ਲੈ ਕੇ ਡੁੱਬਣਗੇ। ਪਾਤਸ਼ਾਹ ਜੀ ਸਮੱਤ ਦਿੰਦੇ ਇਹ ਭਾਈ ਉਹ ਧੰਨ ਜਿਨ੍ਹਾਂ ਦੀ ਸੰਗਤ ਨਾਲ ਉਸ ਗੁਰੂ ਨੂੰ ਮਿਲੇ ਔਰ ਉਹ ਸਿਰ ਵੀ ਧੰਤਾ ਜੋ ਜਿਹੜਾ ਕਿ ਮਹਾਰਾਜ ਨੂੰ ਨਮਸਕਾਰ ਕਰਦਾ ਹੈ। ਉਹ ਮੁਖੜਾ ਵੀ ਸੁਹਾਵਾ
ਜਿਹੜੇ ਮੁੱਖ ਦੁਆਰਾ ਗੁਰੂ ਮਹਾਰਾਜ ਦੀ ਉਸਤਤ ਵਡਿਆਈ ਕੀਤੀ ਜਾਵੇ। ਜੀਉ ਪਿਆ ਤਉ ਸਰਣੀ। ਤੇ ਜੀਵ ਦੀ ਸਫਲਤਾ ਤਾਂ ਹੈ ਜੇ ਗੁਰੂ ਕੀ ਸ਼ਰਨ ਪੈ ਜਾਏ। शरण नाथ गोरियम अवार लाज मोरियम, जित्यो शरण आयो है तित्यो राख लयो है। बिना शरण ताकी नहीं और ओठन, लिखे जंतर केते पढ़े मंत्र कोटन। बचेगा न कोई करे काल चोटन, जित्यो शरण आयो है तित्यो राख लयो। इस करके जड़ा भी शरण विच पै जांदा है कि महाराज मैं कुछ भी करन जोगा नहीं, आसमर्थ हाँ, तो तुसी मेरी हुण लाज रख लो। फिर महाराज दी लाज रख गए। जिवें कोई बालक जम्मिया सी ना, बुढ़ा पिंगला सी, माँ पे कहंदे तू साडे बिना किवें रहेगा, कितों खाया पिया करेगा। उन्होंने पिछले जन्म का ज्ञान सी। कहंदे सब नूं खिलाउण पाउण वाला जन्मदाता परमेश्वर ही है। वो हंकारी कहते हैं तू कोई सत्कार नहीं किया साडा माता पिता का, वो जंगल में छड्या है। पर उसका विश्वास अटल मालिक ते जो ऐसा होया इंदर आ गया। कहन लगे तुहाडे माँ प्यो ने बड़ा धक्का किया, दस की सेवा करिए। कहन लगे तुसीं परारब्ध के अनुसार मैनूं दिओगे जां वध? कहंदे नहीं परारब्ध ना। कहते वो तो अगर मिले जाना, जा तू स्वर्ग में बैठ, तेरी लोड़ नहीं। ब्रह्मा आ गया, विष्णु, नारद, सुरस्ती, सारे देवते, सारिਆਂ ਨੂੰ ਇੱਕੋ ही जवाब। अखीर की होया, उत्थे पानी का चश्मा फुट पिया। डोल डोरी की लोड़ नहीं, फल का दरख्त नहीं, शाखां थले आ गई। सारे सुख आराम मिल गया, भगवान साक्षात हो गया। दिव्य दृष्टि करके अगे भी बनाने वाला वही है, वो सीधे भी बना देंदा, पुठियां में सीधे भी कर देंदा। पिंगल पर्वत पार करे कल छत्र कीता, अंदर त्रिकुण सूझा गुर पेट पनीता। मैं साधु सुन की सुनो मेरे मीता, मैल कोई कोटा करे निर्मल पै चीता। ऐसी भगत गोविंद की कीट हस्ती जीता। बिल्कुल नौ वरनौ घरे आया। कहते किमें होया? कहते भगवान ने किया। फिर वो भी गुरु घर के प्रेमी बन गए। इस करके जड़ा गुरु की शरण ले लेंदा है, अपनी होमे त्याग दिंदा कि मैं कुछ भी करन जोगा नहीं, तुसीं किरपा करो, मेरे रोग भी दूर करो, मैनू नामदान सिक्खी सदक भरोसा भी बख्शो, मेरा जमना मरना कटो, मैनू अपनी सिक्खी दिओ, दृढ़ विश्वास भरोसा बख्शो, आत्मा ज्ञान जमना मरना कटो, 83 लाख जूना के चक्कर विचों कढो। फिर महाराज किरपा कर दिंदे हन। औड़ी मिल नारी सतसंग मंगल गाविया। वो कहते इंद्रियां रूपी नारियां सारियां मिल के जो सतसंगत विच आया, अखां गुरु दर्शन वाल हो गई, कन बाणी सुनन वाल, रसना नाम जपन, मन बुद्धि विच एकाग्रता करके चौंकड़ा ला के कछु कुमें मुँह अपना सकोच के जो समाधि ध्यान निस्थित होके बैठे कि वो परमात्मा दे मन रूपी पुरुष ते जिहड़ियां इंद्रियां रूपी नारियां सन, इन्हीं मिल के उस परमात्मा का मंगलाचार, परमात्मा की प्राप्ति की खुशी के गीत गाए हैं। घर का हुआ बंधान। इस करके जिन्नियां जीवां आत्मा रूपी जिज्ञासु रूपी इस्त्रियां इन्हीं परमात्मा नूं कंत जान के उहदा जस गाया। यह जिहड़ा घर हिरदा सी, ये मन अनिजमा हो के इधर उधर भटकदा फिरदा सी, कभी कोई फुरना कभी कोई फुरना। हुण बधान निजम विच आ गया, बन्नण विच आ गया। गुरु के शब्द ने
ਬੰਨ੍ਹ ਲਿਆ। ਅਵਾਰਾਗਰਦੀ ਕਰਦਾ ਸੀ ਔਰ ਇੱਧਰ ਉੱਧਰ ਘੁੰਮਦਾ ਸੀ, ਭਟਕਦਾ ਸੀ। ਸਾਰੇ ਫੁਰਨਿਆਂ ਵੱਲੋਂ ਸ਼ਾਂਤ ਹੋ ਕੇ ਸੁਵਰਨ ਅਵਸਥਾ ਨੂੰ ਪਾ ਲਿਆ। ਹੁਣੀ ਦਾ ਇਹ ਪ੍ਰਧਾਨ ਐਸਾ ਨਿਯਮ ਬਣ ਗਿਆ ਹੈ। ਬਹੁੜ ਨਾ ਧਾਵੀਆ। ਹੁਣ ਇੱਧਰ ਉੱਧਰ ਨਹੀਂ ਦੌੜਦਾ, ਹੁਣ ਤਾਂ ਨਾਸਣ ਭਜਨ ਥਾਕੇ। ਵੀਰ ਸਤਿਗੁਰ ਸੂਰਮੇ ਬਾਹਿਆ ਬਣ ਜੋਏ, ਲਾਗਤ ਹੀ ਕੋਈ ਗਿਰ ਭਰਿਆ, ਭਰਿਆ ਕਰੇ ਜੇ ਛੇਕ। ਜਦੋਂ ਕੋਈ ਚੀਜ਼ ਕਿਸੇ ਚੀਜ਼ ਨਾਲ ਕਿੱਲ ਨਾ ਕੱਢ ਦਈਏ, ਇੱਧਰ ਉੱਧਰ ਨਹੀਂ ਨਾ ਜਾਂਦੀ। ਇਸੇ ਤਰ੍ਹਾਂ ਹੁਣ ਐਸਾ ਬੰਧਾਨ ਨਿਯਮ ਵਿੱਚ ਆ ਗਿਆ, ਐਸੀ ਮਰਜ਼ਾਦਾ ਵਿੱਚ ਆ ਗਿਆ। ਹੁਣ ਨਾਸਣ ਭਜਨ ਥਾਕੇ, ਹੁਣ ਤਾਂ ਮਨ ਇਕਾਗਰ ਹੋ ਗਿਆ, ਪੁਰਨੇ ਖਤਮ ਹੋ ਗਏ, ਅਪੁਰ ਅਵਸਥਾ ਹੋ ਗਈ। ਹੁਣ ਤਾਂ ਆਨੰਦ ਸਰੂਪ ਵਿੱਚ ਵਿਚਰਨ ਲੱਗ ਗਿਆ। ਆਤਮਾ ਪਦ ਦੀ ਰਸਾਈ ਹੋ ਗਈ। ਹੁਣ ਇਹ ਆਤਮਾ ਗਿਆਨੀ ਬਣ ਕੇ ਉਸ ਆਨੰਦ ਵਿੱਚ ਲੀਨ ਹੋ ਜਾਂਦਾ, ਜਿਵੇਂ ਸ਼ਹਿਦ ਦੀਆਂ ਮੱਖੀਆਂ ਖਾਖਾ ਤਿਆਰ ਕਰਕੇ ਉਹ ਆਪਣੇ ਲਈ ਵੀ ਹੌਲੀ ਹੌਲੀ ਖਾ ਕੇ ਆਨੰਦ ਲਵਾਂਗੀਆਂ। ਠੀਕ ਹੈ, ਬੰਦਾ ਜ਼ੋਰਾਵਰ ਹੈ, ਕੋਈ ਜ਼ਹਿਰੀਲਾ ਧੂੰਆਂ ਕਰਕੇ ਬਣਾਇਆ ਤਾਂ ਨਹੀਂ ਖਾਣ ਲਈ ਸੀ, ਇਹ ਲੈ ਜਾਂਦਾ। ਪਰ ਉਹ ਆਪਣੇ ਆਨੰਦ ਲਈ ਉਹਨਾਂ ਨੂੰ ਪਤਾ ਲੱਗ ਜਾਏ ਕਿ ਕੋਈ ਗਿਰੀ ਖਾ ਕੇ ਫੁੱਟ ਜਾਂਦੀ ਆ। ਇਹਨੂੰ ਆਤਮਾ ਆਨੰਦ ਮਿਲ ਗਿਆ, ਉਸ ਆਨੰਦ ਵਿੱਚ ਲੀਨ ਹੋ ਗਿਆ ਹੈ। ਬਿਨਠੀ ਦੁਰਮਤ ਦੁਰਤ। ਜਿਹੜਾ ਦੁਸ਼ਟਰ ਪੁਣਾ ਸੀ ਨਾ, ਭੈੜਾ ਪੁਣਾ, ਭੈੜੀ ਮੱਤ ਸੀ, ਉਹ ਬਿਨਠੀ ਨਾਸ ਹੋ ਗਈ ਹੈ। ਸੋਏ ਕੂੜਾਵੀਆ। ਜਿੰਨਾ ਕੂੜ ਪਸਾਰਾ ਸੀ, ਇਹਨਾਂ ਮੋਹ ਮਮਤਾ ਪਾ ਕੇ ਬੈਠਾ ਸੀ। ਮੇਰੇ ਮਾਤਾ ਪਿਤਾ ਹਨ, ਇਸਤਰੀ ਹੈ, ਪਰਿਵਾਰ ਹੈ, ਮੇਰਾ ਘਰ ਮਕਾਨ, ਜਾਇਦਾਦ ਮੇਰੀ ਮਾਇਆ ਪਦਾਰਥ ਹੈ। ਇਹ ਕੂੜਾ ਜਿਹੜਾ ਸੌਦਾ ਸੀ, ਇਹਦੇ ਨਾਲ ਮੋਹ ਪਾ ਕੇ ਬੈਠਾ ਹੋਇਆ ਸੀ। ਕਬਾੜੀਆ ਬਣ ਕੇ ਬਹੁਤ ਕਬਾੜਪੁਣਾ ਇਕੱਠਾ ਕਰੀ ਜਾਂਦਾ ਸੀ। ਸਾਜੋ ਸਮਾਜ ਖੁਸ਼ ਹੁੰਦਾ ਨਾ, ਮੇਰੇ ਘਰ ਵਿੱਚ ਆ ਕੁਝ, ਇਹ ਸਾਰਾ ਕਬਾੜਪੁਣ। ਜਿੰਨਾ ਜ਼ਿਆਦਾ ਇਕੱਠਾ ਕਰੂਗਾ, ਉਨਾ ਜ਼ਿਆਦਾ ਸੰਭਾਲਣ ਦਾ ਦੁੱਖ ਹੋਊਗਾ। ਅਤੇ ਜਿਸ ਦਿਨ ਸੰਸਾਰ ਤੋਂ ਗਿਆ, ਇਹਦੇ 'ਚ ਕੋਈ ਚੀਜ਼ ਨਾਲ ਜਾਏਗੀ। ਲਈ ਲੁਗੋਟੀ ਤੋਂ ਇਹ ਤਾਂ ਅੱਗੇ ਲੁਗੋਟੀ ਜਿਹੀ ਬੰਨ੍ਹਦੇ ਸੀ ਨਾ, ਸੋਨੇ ਦੀ ਤੜਾਕੀ, ਉਹ ਵੀ ਤੋੜ ਦਿੰਦੇ। ਇਹ ਤਾਂ ਹੁਣ ਫੂਕ ਹੀ ਦੇਣਾ, ਅਤੇ ਸੋਨੇ ਦੀ ਤੜਾਕੀ ਨੂੰ ਕਾਹਨੂੰ ਦੇਣੀ। ਇਸ ਵਾਸਤੇ ਫਿਰ ਉਹਦੀ ਜਗ੍ਹਾ ਉਹ ਮੁੰਜ ਜਿਹੀ ਦੀ ਜਾਂ ਡਿੱਬ ਜਿਹੀ ਦੀ ਬੰਨ੍ਹ ਦਿੰਦੇ। ਸੋ ਇਸ ਵਾਸਤੇ ਕਹਿੰਦੇ ਪਿਓ ਐਸਾ ਹੁੰਦਾ ਹੈ। ਉਹ ਜਿਹੜੀ ਮੇਰ ਤੇਰ ਸੀ ਸਾਰੀ ਚੁਕਾ ਦਿੱਤੀ। ਇਹਨਾਂ ਨੂੰ ਸਮਝਿਆ ਤਾਂ ਲੈਣ ਦੇਣ ਦੇ ਸੰਬੰਧ ਜਿਹੇ ਹੈਗੇ ਆ, ਕਿਹਨੇ ਕਿਹਦਾ ਲੇਖਾ ਲੈਣਾ, ਕਿਹਨੇ ਦੇਣਾ, ਉਹ ਸਹੀ ਢੰਗ ਨਾਲ ਹਿਸਾਬ ਕਿਤਾਬ ਚੁਕਾ ਦਈਏ ਤਾਂ ਫਿਰ ਠੀਕ ਹੈ। ਅਤੇ ਜੇ ਝਗੜਾ ਵਿਵਾਦ ਕਰੀਏ, ਫਿਰ ਉਹਦੇ 'ਚ ਉਹਨੂੰ ਵੀ ਦੂਜੇ ਨੂੰ ਵੀ ਕਲੇਸ਼ ਹੁੰਦਾ ਹੈ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਸਾਰਾ ਫਿਰ ਪੜ੍ਹ ਨੂੰ ਸੋਏ ਕੂੜਾਵੀਆ। ਜਿੰਨਾ ਕੁਝ ਨਜ਼ਰ ਆਉਂਦਾ, ਇਹ ਸਾਰਾ ਕੂੜਾਵੀਆ, ਕੂੜਾ ਹੀ ਝੂਠਾ ਹੈ। ਅਗਿਆਨਤਾ ਕਰਕੇ ਤਾਂ ਸੱਚਾ ਨਜ਼ਰ ਆਉਂਦਾ ਨਾ, ਜਦੋਂ ਗਿਆਨ ਅਵਸਥਾ ਹੁੰਦਾ ਇਹ ਝੂਠਾ। ਜਿਵੇਂ ਉਹ ਰਾਜਾ ਸੀ, ਉਹਦਾ ਪੁੱਤ ਮਰ ਗਿਆ, ਉਹਨੂੰ ਨੀਂਦ ਆ ਗਈ, ਸੁਪਨਾ ਆਇਆ, 12 ਪਟਰਾਣੀਆਂ ਸਾਰੀਆਂ ਦੇ ਇੱਕ ਇੱਕ ਸ਼ਹਿਜ਼ਾਦਾ ਹੈ। ਅਤੇ ਫਿਰ ਸਾਧ ਸੰਗਤ ਜੀ ਇਹਦੀ ਨੀਂਦ ਖੁੱਲ੍ਹ ਕੇ ਬੜਾ ਖੁਸ਼ ਹੈ। ਉਹ ਰਾਣੀ ਕਹਿੰਦੀ ਤੁਸੀਂ ਖੁਸ਼ੀ ਨਾਲ ਹੱਸਦੇ ਆ ਕਿ ਇੱਕੋ ਇੱਕ ਆਪਣਾ ਸ਼ਹਿਜ਼ਾਦਾ ਸੀ, ਉਹ ਮਰ ਗਿਆ। ਕਹਿੰਦੇ ਅੱਛਾ। ਕਹਿੰਦੇ ਫਿਰ ਇਹ ਜਾਗਰ ਦਾ ਸੁਪਨਾ ਸੀ, ਉਹ ਨੀਂਦ ਦਾ ਸੁਪਨਾ ਸੀ। ਨਾ 12 ਰਾਣੀਆਂ ਸੀ, ਨਾ 12 ਪੁੱਤ ਸੀ। ਉਹ ਵੀ ਸੁਪਨਾ, ਇਹ ਜਾਗਰਤ ਵੀ ਸੁਪਨਾ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਆਰਜਾ ਗਈ ਬਿਹਾਏ ਧੰਦੇ ਤਾਇਆ। ਪੂਰਨ ਪੈ ਨਾ ਕਾਮ ਵਹਿਆ ਮਾਇਆ, ਕਿਆ ਵਿਚਾਰਾ ਜੰਤ
ਇਸ ਤਰ੍ਹਾਂ ਭੁੱਲਾ ਫਿਰਦਾ ਹੈ ਅਗਿਆਨਤਾ ਦੇ ਵਸ। ਇਸ ਤਰ੍ਹਾਂ ਇਹਦਾ ਜੀਵਨ ਸਾਰਾ ਬੀਤ ਜਾਂਦਾ ਹੈ। ਇਹ ਸੁਪਨਾ ਜਿਹੜਾ ਰਚਨਾ ਰਚਾਈ ਸੀ, ਉਹ ਸੁਪਨੇ ਦਾ ਸੰਸਾਰ ਵੀ ਝੂਠਾ ਤੇ ਜਾਗਰਤ ਦਾ ਸੰਸਾਰ ਵੀ ਝੂਠਾ। ਪਰ ਮੂਰਖ ਇਹਦੇ ਨਾਲ ਮੋਹ ਪਾ ਕੇ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੈ। ਸੀਲਵੰਤ ਪ੍ਰਧਾਨ ਜਿਹਨੇ ਸੀਲ ਪੁਣਾ ਧਾਰ ਲਿਆ, ਜਤ ਸਤ ਇੰਦਰੀਆਂ ਦਾ ਦਮਨ ਕਰਕੇ ਮਨ ਇਕਾਗਰ ਕਰਕੇ ਆਤਮਾ ਗਿਆਨ ਪ੍ਰਾਪਤ ਕਰ ਲਿਆ, ਉਹ ਪੁਰਸ਼ ਪ੍ਰਧਾਨ ਆ। ਇਹ ਨਹੀਂ ਕਿ ਬਹੁਤੇ ਬੰਦਿਆਂ ਨੇ ਇਕੱਠਿਆਂ ਹੋ ਕੇ ਕਿਹਨੂੰ ਪ੍ਰਧਾਨ ਬਣਾ ਲਿਆ। ਇਹ ਪ੍ਰਧਾਨੀਆਂ ਤਾਂ ਆਉਣ ਜਾਣ ਵਾਲੀਆਂ। ਅਸਲੀ ਪ੍ਰਧਾਨ ਹੋਣਾ ਤਾਂ ਇਹ ਹੈ ਜਿਨ੍ਹਾਂ ਨੇ ਆਪਣੀਆਂ ਮਨ ਇੰਦਰੀਆਂ ਨੂੰ ਕਾਬੂ ਕਰਕੇ ਸਹਿਨਸ਼ੀਲ ਸੁਭਾਅ ਔਰ ਜਤੀ ਸਤੀ ਬਣ ਕੇ ਆਪਣੇ ਮਨ ਨੂੰ ਇਕਾਗਰ ਕਰਕੇ ਆਤਮਾ ਗਿਆਨ ਦੀ ਪ੍ਰਾਪਤੀ ਕਰ ਲਏ। ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਉਸੇ ਨੂੰ ਪ੍ਰਧਾਨ ਮੰਨਦੇ ਹਾਂ। ਹਿਰਦੈ ਸਚਾਵੀਆ ਉਹਨਾਂ ਦੇ ਹਿਰਦੇ ਵਿੱਚ ਸੱਚ ਆ ਗਿਆ। ਝੂਠ ਜਿਹੜਾ ਸੀ ਉਹ ਨਿਕਲ ਗਿਆ। ਹੇਰਾ ਫੇਰੀਆਂ ਵਾਲਾ ਜਿਹੜਾ ਕੰਮ ਸੀ ਉਹ ਸਾਰਾ ਖਤਮ ਹੋ ਗਿਆ ਹੈ। ਅੰਤਰ ਬਾਹਰ ਇੱਕ ਉਹਨਾਂ ਦੀ ਦ੍ਰਿਸ਼ਟੀ ਬੜੀ ਸਮਦ੍ਰਿਸ਼ਟੀ ਹੋ ਗਈ, ਆਤਮਦਰਸ਼ੀ ਹੋ ਗਏ। ਅੰਦਰ ਵੀ ਬਾਹਰ ਵੀ ਇੱਕੋ ਇੱਕ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਇੱਕ ਰੀਤਾਵੀਆ ਇੱਕ ਦੇ ਨਾਲ ਹੀ ਉਹਨਾਂ ਦੀ ਪ੍ਰੀਤੀ ਪੈ ਗਈ ਹੈ। ਇੱਕ ਦੀ ਰੀਤ ਜਿਹੜੀ ਮਰਜ਼ਾਦਾ, ਇੱਕ ਸਮਝਣ ਵਾਲੀ, ਉਸ ਰੀਤਾਵੀ, ਉਸ ਰੀਤ ਨੂੰ, ਉਸ ਮਰਜ਼ਾਦਾ ਨੂੰ ਉਹ ਸਮਝਣ ਵਾਲੇ ਬਣ ਗਏ। ਜਿਵੇਂ ਉਹ ਮਹਾਂਪੁਰਖ ਸੀ ਨਾ, ਬੜੇ ਸਮਦ੍ਰਿਸ਼ਟਾ ਪੁਰਖ ਸੀ, ਆਤਮਦਰਸ਼ੀ ਸਨ। ਰਾਜਾ ਆ ਗਿਆ, ਮਹਾਰਾਜ ਨੇ ਭੰਡਾਰਾ ਕਰਾਉਣਾ, ਲੰਗਰ ਕਰਨਾ ਹੈ, ਆਗਿਆ ਮਿਲ ਗਈ। ਜਿਹੜੇ ਭੰਡਾਰਾ ਕੀਤਾ, ਜਿਹੜੇ ਵੱਡੇ ਮਹਾਂਪੁਰਖ ਸੀ, ਉਹਨਾਂ ਨੂੰ ਸੋਨੇ ਦੇ ਭਾਂਡੇ, ਜਿਹੜੇ ਉਹਨਾਂ ਤੋਂ ਥੱਲੇ ਸਮਝੇ ਚਾਂਦੀ ਦੇ, ਜਿਹੜੇ ਆਮ ਸੀ ਉਹਨਾਂ ਨੂੰ ਤਾਂਬੇ ਤੁੰਬੇ ਦੇ। ਸੰਤਾਂ ਨੇ ਕਿਹਾ ਸਾਡਾ ਤਾਂ ਏਕਤਾ ਵਾਲਾ ਸਥਾਨ ਸੀ, ਇਹ ਰਾਜੇ ਨੇ ਆ ਕੇ ਇੱਥੇ ਵੀ ਦਵੈਸ਼ ਖੜੀ ਕਰ ਦਿੱਤੀ। ਤਿੰਨ ਤਰ੍ਹਾਂ ਦੇ ਬਣਾਤੀ ਹੈ ਪੰਗਤ। ਮਹਾਰਾਜ ਨੇ ਤਾਂ ਪੰਗਤ ਸੰਗ ਚੱਪੇ ਦਾ ਵਰਤਾ ਜੀ ਸੀ। ਉਹ ਸਾਧ ਸੰਗਤ ਸੰਤਾਂ ਕੋ ਜਾਤੀ ਪਾਰਸ ਸੀ। ਤਾਂਬੇ ਚਾਂਦੀ ਨਾਲ ਛੁਆਇਆ, ਸਾਰਾ ਸੋਨਾ ਬਣਾਤਾ। ਭਾਵ ਇੱਕ ਜੀਵ ਸਤੋ ਗੁਣੀ ਹੈ, ਇੱਕ ਰਜੋ ਗੁਣੀ ਹੈ, ਇੱਕ ਤਮੋ ਗੁਣੀ ਹੈ। ਜਿਹੜੇ ਆਤਮਦਰਸ਼ੀ ਪੁਰਸ਼ ਆ ਉਹ ਤਮੋ ਗੁਣ ਨੂੰ ਰਜੋ ਗੁਣ 'ਚ, ਰਜੋ ਨੂੰ ਸਤੋ, ਸਤੋ ਨੂੰ ਤੁਰੀਆ ਗਿਆਨ ਅਵਸਥਾ ਵਿੱਚ ਬਦਲ ਦਿੰਦੇ ਆ। ਉੱਥੇ ਫਿਰ ਇਹ ਦਵੈਸ਼ ਭਾਵਨਾ ਨਹੀਂ ਰਹਿੰਦੀ। ਏਕਤਾ ਵਾਲਾ ਜਿਹੜਾ ਭਾਵ ਆ ਉਹ ਪੈਦਾ ਹੋ ਜਾਂਦਾ। ਉੱਥੇ ਦਾ ਫਿਰ ਪਸ਼ੂ ਪੰਛੀਆਂ 'ਤੇ ਵੀ ਪ੍ਰਭਾਵ ਪੈਂਦਾ। ਗਾਂ ਸ਼ੇਰ ਇੱਕ ਥਾਂ ਬੈਠੇ ਹੈ, ਬਘਿਆੜ ਬੱਕਰੀ ਬੈਠੇ ਹੈ, ਨਿਓਲਾ ਸੱਪ ਇੱਕ ਜਗ੍ਹਾ ਬੈਠੇ। ਉਹਨਾਂ ਦੇ ਅੰਦਰੋਂ ਵੀ ਬੈਰ ਵਾਲਾ ਭਾਵ ਖਤਮ ਹੋ ਜਾਂਦਾ। ਪਸ਼ੂ ਪੰਛੀਆਂ 'ਤੇ ਵੀ ਅਸਰ ਪੈਂਦਾ ਹੈ। ਜਿਹੜੇ ਗਿਆਨਵਾਨ ਪੁਰਖ ਨੇ ਪੁਰਸ਼ਾਂ 'ਤੇ ਵੀ ਪੈਂਦਾ ਹੈ। ਜਿੰਨਾ ਚਿਰ ਬੈਠੋ ਉਹਨਾਂ ਚਿਰ ਤਾਂ ਨਜ਼ਰ ਆਉਂਦਾ ਹੀ ਹੈ। ਬਾਅਦ 'ਚ ਇਹਨਾਂ ਦੇ ਕਰਮ ਕਈ ਵਾਰੀ ਫੇਰ ਉੱਧਰ ਨੂੰ ਖਿੱਚ ਧੂ ਕੇ ਲੈ ਜਾਂਦੇ ਆ। ਇਸ ਕਰਕੇ ਰੀਤਾ ਵੀ ਆ। ਇਹ ਜਿਹੜੀ ਰੀਤ ਏਕਤਾ ਵਾਲੀ ਸੀ ਨਾ, ਇਹ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ। ਉੱਥੇ ਕੋਈ ਕਿਸੇ ਤਰ੍ਹਾਂ ਦਾ ਦਵੈਸ਼ ਵਾਲਾ ਭਾਵ ਨਹੀਂ ਰਹਿੰਦਾ। ਮਹਾਂਪੁਰਸ਼ਾਂ ਦੇ ਕੋਲ ਰਹੇ ਕਿ ਜੇ ਕਿਸੇ ਨੇ ਦਵੈਸ਼ ਦੀ ਗੱਲ ਕੀਤੀ, ਬਸ ਜਾਣੇ ਨਾ, ਇੱਥੇ ਇਹ ਗੱਲ ਨਹੀਂ ਕਰਨੀ। ਕਿਸੇ ਦੀ ਝੂਠੀ ਉਸਤਤ ਜਾਂ ਨਿੰਦਿਆ ਨਹੀਂ ਕਰਨੀ। ਇਹ ਮਹਾਂਪੁਰਖਾਂ ਦਾ ਸਥਾਨ ਹੈ। ਇੱਥੇ ਨਾਮ ਬਾਣੀ ਏਕਤਾ ਦੇ ਬਚਨ ਕਰਨੇ। ਗੁਰਮਤਿ ਤੋਂ ਸਿਵਾ ਦੂਜੀ ਨਾਮ ਬਾਣੀ ਅੰਮ੍ਰਿਤ ਸੇਵਾ ਸਿਮਰਨ ਤੋਂ ਸਿਵਾ ਕੋਈ ਇੱਧਰ ਉੱਧਰ ਦੀ ਗੱਲ ਨਹੀਂ ਕਰਨੀ। ਬਸ
ਉਹਨਾਂ ਨੇ ਸਹੀ ਨਿਯਮ ਬਣਾਇਆ ਹੁੰਦਾ ਹੈ। ਧਿਆਨ ਜਿੱਥੇ ਬਹਿ ਜਾਓ ਇੱਕ ਦੂਜੇ ਦੀ ਨਿੰਦਿਆ ਚੁਗਲੀ ਭੰਡੀ ਪ੍ਰਚਾਰ, ਲੋਕ ਵੀ ਇਹੋ ਜਿਹੀਆਂ ਗੱਲਾਂ ਹਲੂਣੀਆਂ ਸਲੂਣੀਆਂ ਕਰਕੇ ਬੜਾ ਰਸ ਲੈਂਦੇ, ਖੁਸ਼ ਹੁੰਦੇ ਆ। ਪਰ ਜਿਹੜੇ ਗਿਆਨਵਾਨ ਲੋਕ ਆ ਉਹ ਐਸਾ ਨਹੀਂ, ਉਹ ਤਾਂ ਹਰ ਵੇਲੇ ਉਸ ਨਿਰੰਕਾਰ ਜਾਂ ਤਾਂ ਖਾਮੋਸ਼ ਬੈਠੇ ਆ, ਕਿਉਂਕਿ ਮੌਨ ਬਹੋ ਮੌਨ ਬਹੋ। ਪਰ ਤ੍ਰਿਜੰਤ ਕਹਿੰਦੇ ਹੁਣ ਕੀ ਬੋਲਣਾ, ਬੋਲਣ ਵਾਲੀ ਗੱਲ ਮੁੱਕ ਗਈ। ਜਦੋਂ ਸਾਰਿਆਂ 'ਚ ਕੋਈ ਪਰਮਾਤਮਾ ਅਤੇ ਫਿਰ ਹੁਣ ਦੂਜੀ ਗੱਲ ਕਿਹੜੀ ਰਹਿ ਗਈ। ਹੁਣ ਮੌਨ ਬਹੋ, ਮੋਛੀ ਧਾਰੋ, ਆਨੰਦ ਲੈਂਦੇ। ਪਰ ਜੇ ਕਿਤੇ ਕੋਈ ਪਰਪਕਾਰ ਵਾਸਤੇ ਉਹ ਬਚਨ ਕਰਦੇ ਕਰਾਉਂਦੇ, ਲੋਕ ਵੀ ਉਹਨਾਂ ਦੀਆਂ ਗੱਲਾਂ ਕਰਦੇ ਹੈ। ਬੀਜ ਪੁਸਤਕੇ ਕਬਜ ਨੂੰ ਗਾਇਓ ਹਮਰੋ ਗੀਤ। ਪਰ ਜੀ ਕਹਿੰਦੇ ਕਵੀ ਲੋਕਾਂ ਨੇ ਪੁਸਤਕਾਂ ਵਿੱਚ ਸਾਡੇ ਗੀਤ ਗਾਏ ਕਿ ਭਰਥਰੀ ਰਾਜਾ ਐਡਾ ਰਾਜ ਤਿਆਗ ਕੇ ਫਕੀਰ ਹੋ ਗਿਆ, ਰਾਗਵਾਨ ਹੋ ਗਿਆ, ਆਤਮਦਰਸ਼ੀ ਪੁਰਸ਼ ਬਣ ਗਿਆ। ਉਹਨਾਂ ਆਤਮਦਰਸ਼ੀ ਪੁਰਸ਼ਾਂ ਦੇ ਲੋਕ ਗੀਤ ਗਾਉਂਦੇ ਹਨ, ਬਰਸੀਆਂ ਜੋੜ ਮੇਲੇ ਮਨਾਉਂਦੇ ਹਨ। ਮਨ ਦਰਸ਼ਨ ਕੀ ਪਿਆਸ, ਉਹਨਾਂ ਦੇ ਮਨ 'ਚ ਹਰ ਵੇਲੇ ਪ੍ਰਭੂ ਦੇ ਦਰਸ਼ਨ ਦੀ ਪਿਆਸ। ਅੱਜ ਕੱਲ੍ਹ ਤਾਂ ਲੋਕਾਂ ਦੇ ਮਨਾਂ 'ਚ ਸ਼ੇਖਚਿਲੀ ਵਾਲੀਆਂ ਬਹੁਤ ਗੱਲਾਂ ਹੈਗੀਆਂ, ਪਰ ਉਹਨਾਂ ਦੇ ਮਨ 'ਚ ਹੋਰ ਕੋਈ ਪਿਆਸ ਇੱਛਾ ਨਹੀਂ। ਪਰਮਾਤਮਾ ਦੇ ਦਰਸ਼ਨ ਦੀ ਪਿਆਸ ਲੱਗੀ ਹੋਈ, ਮੇਰਾ ਮਨ ਲੋਚਿਆ ਕੋਈ ਦਰਸ਼ਨ ਪਾਏ, ਬਿਲਪ ਕਰੇ ਚਾਤਰ ਕੀ ਨਿਆਏ। ਇਸ ਤਰ੍ਹਾਂ ਹੈ, ਕਿਉਂਕਿ ਤੂੰ ਚੋ ਸੱਜਣ ਮੈਡਿਆ ਡੇਰੀ ਸਹਿਸ ਅਵਤਾਰ, ਨੈਣ ਮਹਿੰਦੇ ਤਰਸਦੇ ਕਦ ਫਸੀ ਦੀਦਾਰ। ਦਰਸ਼ਨ ਪਿਆਸੀ ਦਿਨ ਸਰਾਲ ਚਿਤ ਭਉ ਅੰਦਰ ਨੀਤ, ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ। ਹਰ ਵੇਲੇ ਦਰਸ਼ਨ ਦੀ ਪਿਆਸ ਲੱਗੀ ਰਹਿੰਦੀ ਹੈ। ਚਰਨ ਦਾਸ ਆਵੀਆ, ਫੇਰ ਬੋਲ ਪਈ ਚਰਨ ਦਾਸ ਆਵੀਆ। ਉਹ ਹੈ ਮਹਾਰਾਜ ਦੇ ਚਰਨਾਂ ਨੂੰ ਦਸਾਵੀਆ ਦੇਖਦੇ ਹੈ, ਚਰਨਾਂ ਦੇ ਪਿਆਰ ਦੀਆਂ ਗੱਲਾਂ ਦੱਸਦੇ ਤੇ ਸੁਣਦੇ ਆ। ਚਰਨਾਂ ਦੀ ਪ੍ਰੀਤੀ ਉਹਨਾਂ ਦੇ ਮਨ 'ਚ ਪੈਦਾ ਹੋ ਜਾਂਦੀ ਹੈ। ਜਿਵੇਂ ਭਾਈ ਗੋਂਦਾ ਜੀ ਦੇ ਮਨ ਵਿੱਚ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਦੀ ਪ੍ਰੀਤੀ ਪੈਦਾ ਹੋਈ ਸੀ, ਐਸਾ ਪ੍ਰੇਮ ਉਹਨਾਂ ਦੇ ਮਨ ਵਿੱਚ ਪੈਦਾ ਹੋ ਜਾਂਦਾ ਹੈ। ਸੋਭਾ ਬਣੀ ਸੀਗਾਰ, ਬਸ ਦਰਸ਼ਨ ਕਰਨ ਦੀ ਲਾਲਸਾ ਨਾਲ ਜਦੋਂ ਦਰਸ਼ਨ ਹੋ ਜਾਂਦਾ, ਦਰਸ਼ਨ ਕਰਕੇ ਪਰਮਾਤਮਾ ਦੇ ਸਰੂਪ ਨੂੰ ਅੰਦਰ ਵਸਾ ਕੇ ਆਤਮਾ ਪਦ ਵਿੱਚ ਲੀਨ ਹੋ ਜਾਂਦੇ ਹੈ। ਉਹ ਬੜੇ ਸੋਭਾ ਦੇ ਸੰਯੁਕਤ ਹੋ ਜਾਂਦੇ ਹਨ। ਖਸਮ ਜਾਂ ਰਾਵੀਆ, ਖਸਮ ਮਾਲਕ ਨੂੰ ਰਾਵੀਆ ਚੇਤੇ ਕਰਦੇ, ਬਾਕੀ ਚੇਤੇ ਤਾਂ ਭੁਲਾ ਦਿੰਦੇ ਨੇ। ਸਾਨੂੰ ਤਾਂ ਹੋਰ ਬਹੁਤ ਕੁਝ ਚੇਤੇ ਹੈ, ਪਰਮਾਤਮਾ ਭੁੱਲਾ ਹੋਇਆ, ਉਹ ਭੁਲਾਇਆ ਹੋਇਆ। ਉਹਨੇ ਬਾਕੀ ਕੁਝ ਭੁਲਾਤਾ, ਇੱਕੋ ਇੱਕ ਪਰਮਾਤਮਾ ਉਹਨਾਂ ਨੂੰ ਚੇਤੇ ਹੈ। ਦੂਜੀ ਗੱਲ ਹੈ ਨਾ, ਦੂਜੀ ਗੱਲ ਕਰਦੇ ਹੈ ਨਾ, ਦੁਐਤ ਵਾਲੀ ਦੂਜੀ ਗੱਲ ਸੁਣਦੇ ਹੈ। ਜਦੋਂ ਕਰਦੇ ਹੈ ਇੱਕੋ ਹੀ ਪਰਮਾਤਮਾ ਸੁਣਦੀ, ਇੱਕੋ ਜਪ ਇੱਕੋ ਸਲਾਹ, ਏਕ ਸਿਮਰੇ ਕੋ ਮਨ ਆਵੇ, ਏਕ ਸਕੇ ਗੁਣ ਗਾਵੋ ਨਾ, ਮਨ ਤਨ ਜਾਪ ਏਕ ਭਗਵਾਨ। ਐਸੀ ਉਹਨਾਂ ਦੀ ਦ੍ਰਿਸ਼ਟੀ ਬੜੀ ਮਹਾਨ ਗੰਭੀਰਤਾ ਵਾਲੀ ਬਣ ਜਾਂਦੀ ਹੈ। ਮਿਲਿਆ ਆਏ ਸੰਜੋਗ, ਕੋਈ ਸੰਜੋਗੀ ਕਰਮ ਹੋਵੇ ਫਿਰ ਹੀ ਐਸੇ ਪੁਰਸ਼ਾਂ ਦਾ ਮਿਲਾਪ ਹੁੰਦਾ ਹੈ। ਜਾਂ ਤਿਸ ਭਾਵੀਆ, ਉਹ ਮਾਰੇ ਨੂੰ ਭਾਜੈ ਫੇਰੇ। ਉਹ ਜਿਵੇਂ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਪੂਰਨ ਸੰਤਾਂ ਦੀ ਸੰਗਤ ਕਰੋ, ਪੂਰਨ ਸੰਤ ਕਿੱਥੋਂ ਲੱਭੀਏ, ਕਿਵੇਂ ਮਿਲਣ। ਤੁਹਾਨੂੰ ਗੁਰੂ ਅਰਜਨ ਸਾਹਿਬ ਨੇ ਸਮਝਾਇਆ। ਇੱਕ ਰਾਜਾ ਸੀ, ਉਹਨੇ ਐਸਾ ਬਚਨ ਕੀਤਾ। ਸੰਤ ਕਹਿਣ ਲੱਗੇ ਪੰਛੀਆਂ ਨੂੰ ਚੋਗਾ ਪਾਇਆ ਕਰ। ਉਹ ਚੋਗਾ ਪਾਉਂਦਾ ਰਿਹਾ, ਪੰਛੀਆਂ ਨੇ ਉਹਦੀ ਮਹਿਮਾ ਦੂਰ ਤੱਕ ਖਿਲਾਰ ਦਿੱਤੀ। ਫਲਾਨਾ ਰਾਜਾ ਪੰਛੀਆਂ ਨੂੰ ਚੋਗ ਪਾਉਂਦਾ, ਉਹਦੀ ਮਹਿਮਾ ਸੁਣ ਕੇ ਹੰਸ ਵੀ ਆ ਗਿਆ। ਉਹਨਾਂ ਨੇ ਵੀ ਬੋਤੀ ਉਗਲ ਕੇ ਸੁੱਟ ਜਾਣੀ।
ਔਰ ਇਸੇ ਤਰ੍ਹਾਂ ਉਹ ਕੰਗਾਲ ਅਮੀਰ ਬਣ ਗਿਆ ਸੀ ਤੇ ਰਾਜੇ ਨੂੰ ਕਿਹਾ ਕਿਉਂ ਤੂੰ ਆ ਗਿਆ ਨੂੰ ਲੰਗਰ ਪਾਣੀ ਛਕਾ ਕਰ ਬਸਤਰ ਨੰਗੇ ਨੂੰ ਬਿਮਾਰ ਦਾ ਇਲਾਜ ਕਰਾ ਦਿੱਤਾ। ਜਦੋਂ ਤੇਰੀ ਸ਼ੋਭਾ ਹੋਏਗੀ ਤੇ ਫਿਰ ਹੋਰ ਜਿੱਥੇ ਆਉਂਦੇ ਸੰਤ ਵੀ ਆ ਜਾਣਗੇ। ਇਸ ਤਰ੍ਹਾਂ ਫਿਰ ਮਹਾਂਪੁਰਖ ਵੀ ਆ ਗਏ ਉਹਨਾਂ ਦੀ ਸੰਗਤ ਕਰਕੇ। ਇਹ ਰਾਜਾ ਜਿਹੜਾ ਸੀ ਆਤਮਾ ਗਿਆਨ ਪ੍ਰਾਪਤ ਹੋ ਗਿਆ ਸੀ। ਸੋ ਅੱਜ ਤਾਂ ਇਸ ਤਰ੍ਹਾਂ ਦਾ ਹੈਗਾ ਵੋਟਾਂ ਵਾਟਾਂ ਨਾਲ ਦਾ ਵੀ 5 ਸਾਲ ਮਿਲੇ ਆ, ਅੱਗੇ ਪਤਾ ਨਹੀਂ ਕਿਹਨੇ ਆ ਜਾਣਾ। ਹੁਣ ਆਪਾਂ ਫਿਰ ਥੋੜ੍ਹਾ ਲਾਹਾ ਲੈ ਲਈਏ, ਫਿਰ ਉਹ ਬਸ ਇਸੇ ਪਾਸੇ ਤੁਰੇ ਤਰਾਏ ਰਹਿੰਦੇ। ਅੱਗੇ ਉਹ ਲੋਕ ਜਿਹੜੇ ਹੁੰਦੇ ਸੀ ਉਹ ਤਪ ਵਗੈਰਾ ਭਜਨ ਬਾਣੀ ਦੇ ਪ੍ਰਤਾਪ ਨਾਲ ਇਹ ਪਦਵੀ ਪਾ ਕੇ ਪ੍ਰਜਾ ਨੂੰ ਨਿਆਂ ਇਨਸਾਫ ਦਿੰਦੇ ਸੀ। ਪ੍ਰਜਾ ਉਹਨਾਂ ਨੂੰ ਮਹਾਰਾਜਾ ਕਹਿ ਕੇ ਬੁਲਾਉਂਦੇ ਸੀ। ਇਹ ਮਹਾਰਾਜ ਸਤਿਕਾਰ ਦੇ ਉਹਨਾਂ ਦੇ ਸ਼ਬਦ ਹੁੰਦੇ ਸੀ। ਸੋ ਇਸ ਕਰਕੇ ਮਹਾਰਾਜ ਕਹਿੰਦੇ ਉਹ ਜਿਹੜੇ ਗੁਰਮੁਖ ਉਹਨਾਂ ਦੀ ਐਸੀ ਅਵਸਥਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਸ਼ਲੋਕ ਮਹੱਲੇ ਪੌੜੀ ਰਾਹੀਂ ਐਸਾ ਆਤਮ ਬੋਧ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਅਗਰ ਇਹ ਵਿਚਾਰਾਂ ਨੂੰ ਗ੍ਰਹਿਣ ਕਰਾਂਗੇ, ਗੁਰੂ ਮਹਾਰਾਜ ਉਹਨਾਂ ਸਤਸੰਗੀਆਂ 'ਤੇ ਮਿਹਰ ਕਰਨਗੇ। ਇੰਨੀਆਂ ਬੇਨਤੀਆਂ ਮਹਾਰਾਜ ਪ੍ਰਵਾਨ ਕਰਨ, ਅੱਗੇ ਲਈ ਸਮਤ ਦੀ ਦਾਤ ਬਖਸ਼ਿਸ਼ ਕਰਨ। ਆਈ ਸੰਗਤ ਨੂੰ ਜੀ ਆਇਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਕੇ ਨਾਮਦਾਨ ਸਿੱਖੀ ਦਾ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ। ਔਰ ਸੇਵਾਦਾਰਾਂ ਦਾ ਪ੍ਰਬੰਧਕਾਂ ਦਾ ਵੀ ਧੰਨਵਾਦ। ਔਰ ਖਾਲਸਾ ਪੰਥ ਵਿੱਚ ਏਕਤਾ ਭਾਵ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਹੁਣ ਗਿਆਨੀ ਜੀ ਆਨੰਦ ਸਾਹਿਬ ਦਾ ਪਾਠ ਕਰਨਗੇ, ਫਿਰ ਅਰਦਾਸ ਬੇਨਤੀ, ਫਿਰ ਸ਼੍ਰੀ ਮੁਖ ਵਾਕ, ਫਿਰ ਪ੍ਰਸ਼ਾਦ ਲੈ ਕੇ ਜਾਣਾ ਜਾਂ ਜਿਵੇਂ ਤੁਹਾਡਾ ਆਪਣਾ ਰੁਚੀ ਹੈ ਸੇਵਾ ਕਰਨ ਦੀ, ਕਥਾ ਕੀਰਤਨ ਸੁਣਨ ਦੀ, ਕੋਈ ਨਾਮ ਜਪਣ ਦੀ, ਉਹ ਤੁਹਾਡੀ ਆਪਣੀ ਇੱਛਾ ਹੈ। ਮਹਾਰਾਜ ਮਿਹਰ ਕਰਨ, ਇਸ ਤਰ੍ਹਾਂ ਸਮਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।